ਸੋਚ ਭਗਵਾਨਾ, ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ। ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ, ਹਰ ਬੇਅੰਤ ਹਉ ਵਿਤ ਕਰ ਵਰਨਾ। ਕਿਆ ਜਾਨਾ ਹੋਏ ਕੈਸੋ ਰੇ, ਕਰੂੰ ਬੇਨਤੀ ਸਤਿਗੁਰ ਆਪਣੇ। ਮੈਂ ਮੂਰਖ ਦੇਹੋ ਉਪਦੇਸੋ ਰੇ, ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਉਂ ਬੋਲਾਂ ਮੈਂ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ। ਇਹਨਾਂ ਵਡਿਆਈਆਂ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟਲ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਆਪ ਜੀ ਵਡਭਾਗੇ ਹੋ। ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਸਤ ਸੰਗਤ ਕਰਕੇ ਆਪਣੇ ਜੀਵਨ ਨੂੰ ਸਫਲਿਆਂ ਬਣਾ ਰਹੇ ਹੋ। ਗੁਰੂ ਦਰਬਾਰ ਦੀ ਹਾਜ਼ਰੀ, ਇਹ ਸਤ ਸੰਗਤ ਜਿਹੜੀ ਹੈ, ਇਹ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੋਇਆ ਕਰਦੀ ਹੈ। ਗੁਰੂ ਦਾ ਮਿਲਾਪ ਹਾਰੀ ਸਾਰੀ ਨੂਨੀ ਜਿਨ੍ਹਾਂ ਨੂੰ ਗੁਰੂ ਬੁਲਾਉਂਦਾ ਹੈ, ਜਿਨ੍ਹਾਂ ਦੀ ਨਿੱਤ ਦੀ ਅਰਦਾਸ ਹੈ ਗੁਰੂ ਚਰਨਾਂ ਵਿੱਚ ਕਿ ਮਾਲਕ ਜੀ ਇਸੇ ਤਰ੍ਹਾਂ ਹੀ ਸਾਡੇ 'ਤੇ ਮਿਹਰ ਭਰਿਆ ਹੱਥ ਰੱਖੀ, ਸਾਨੂੰ ਉਦਮ ਬਖਸ਼ੀ, ਸਾਡੇ 'ਤੇ ਕਿਰਪਾ ਕਰੀ। ਅਸੀਂ ਨਿਤਾ ਪ੍ਰਤੀ ਤੇਰੀ ਸੰਗਤ ਵਿੱਚ ਗੁਰੂ ਦਰਬਾਰ ਵਿੱਚ ਆਈਏ ਅਤੇ ਆਪ ਜੀ ਦਾ ਪਾਵਨ ਬਚਨ ਉਪਦੇਸ਼ ਸਰਵਣ ਕਰੀਏ ਅਤੇ ਸਰਵਣ ਕਰਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ, ਤਾਂ ਕਿ ਸਾਨੂੰ ਪਤਾ ਲੱਗੇ ਕਿ ਪਰਮਾਤਮਾ ਅਕਾਲ ਪੁਰਖ ਸਾਡੇ ਨਾਲ ਹੈ, ਸਾਡੇ ਅੰਗ ਸੰਗ ਹੈ। ਉਹਦਾ ਨਿਵਾਸ ਜਿਹੜਾ, ਉਹਦਾ ਅਸਲੀ ਟਿਕਾਣਾ ਜਿਹੜਾ ਹੈ, ਉਹ ਸਾਡੇ ਮਨ ਦੇ ਵਿੱਚ ਹੈ।
ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਕਿਰਪਾ ਬਖਸ਼ਿਸ਼ ਕੀਤੀ ਹੈ, ਗੁਰਬਾਣੀ ਦੀ ਵਿਚਾਰ ਆਪਾਂ ਗੁਰੂ ਕਿਰਪਾ ਸਦਕਾ ਜਿੱਥੇ ਸਰਵਣ ਕਰਨੀ ਹੈ ਉੱਥੇ ਅਸੀਸ ਬਖਸ਼ੋ, ਦਾਸ ਕੁਝ ਕਹਿ ਸਕੇ। ਬੜੇ ਹੀ ਪਿਆਰ ਦੇ ਨਾਲ ਇਸ ਪਾਵਨ ਅਸਥਾਨ ਦੇ ਗੁਰੂ ਕੇ ਵਜ਼ੀਰ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਪਾਸੋਂ ਮੂਲ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰੋ, ਬੜੇ ਪਿਆਰ ਅਦਬ ਸਤਿਕਾਰ ਸਹਿਰ ਗੁਰੂ ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਗੌੜੀ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਇਹ ਪਾਵਨ ਗੁਰਬਾਣੀ ਉਚਾਰਨ ਹੋਈ, ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਗ 186 ਤੇ ਇਹ ਪਾਵਨ ਗੁਰ ਸ਼ਬਦ ਸੁਸ਼ੋਭਿਤ ਹੈ। ਗੌੜੀ ਮਹੱਲਾ ਪੰਜਵਾਂ। ਅਗਮ ਰੂਪ ਕਾ ਮਨ ਮੈਂ ਥਾਨਾ, ਗੁਰ ਪ੍ਰਸਾਦ ਕਿਨੈ ਵਿਰਲੇ ਜਾਨਾ। ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਜਿਸੈ ਪ੍ਰਾਪਤ ਤਿਸ ਲੈ ਪੁੰਚਾ। ਰਹਾਉ। ਰਹਾਉ ਵਾਲਾ ਜਿਹੜਾ ਬੰਦ ਹੈ ਉਹ ਇਹ ਹੈ, ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਜਿਸੈ ਪ੍ਰਾਪਤ ਤਿਸ ਲੈ ਪੁੰਚਾ। ਰਹਾਉ। ਸਹਿਜ ਕਥਾ, ਕਥਾ ਜਿਹੜੀ ਹੈ ਪਰਮਾਤਮਾ ਦੀ ਜਿਹੜੀ ਸਿਫਤ ਸਲਾਹ ਹੈ, ਇਹ ਸਾਡੇ ਜੀਵਨ ਵਿੱਚ ਸਹਿਜ ਲਿਆਉਂਦੀ ਹੈ। ਸਹਿਜ ਦਾ ਭਾਵ ਗਿਆਨ ਵੀ ਹੈ, ਗਿਆਨ ਵਾਲੀ ਕਥਾ, ਪਰਮਾਤਮਾ ਦੀ ਸਿਫਤ ਸਲਾਹ ਦੀ ਕਥਾ। ਅੰਮ੍ਰਿਤ ਦਾ ਭਾਵ ਹੈ ਨਾਮ। ਕੁੰਟਾ ਤੋਂ ਭਾਵ ਇਹਦਾ ਅਰਥ ਵਿਦਵਾਨਾਂ ਨੇ ਦੋ ਤਰ੍ਹਾਂ ਦਾ ਕੀਤਾ ਹੈ। ਕੁੰਟਾ ਦਾ ਅਰਥ ਚਸ਼ਮਾ ਵੀ, ਅਤੇ ਕੁੰਟਾ ਦਾ ਅਰਥ ਕੁੰਟ ਵੀ ਹੈ, ਤਲਾਬ ਵੀ ਹੈ। ਸਤ ਸੰਗਤ ਰੂਪੀ ਸਰੋਵਰ ਵੀ ਆਪਾਂ ਕਹਿ ਸਕਦੇ ਹਾਂ, ਜਿੱਥੋਂ ਸਾਨੂੰ ਸਹਿਜ ਦੀ ਕਥਾ ਪ੍ਰਾਪਤ ਹੁੰਦੀ ਹੈ। ਸਤ ਸੰਗਤ ਦੇ ਵਿੱਚੋਂ, ਵਿੱਚ ਸੰਗਤ ਹਰਿ ਪ੍ਰਭ ਵਸੇ ਜੀਓ। ਸਤਿਗੁਰਾਂ ਜੀ ਨੇ ਬਾਣੀ ਦੇ ਅੰਦਰ ਇਸ ਨੂੰ ਸਰੋਵਰ ਕਿਹਾ, ਤਲਾਬ ਕਿਹਾ, ਕੁੰਟ ਕਿਹਾ। ਬੜਾ ਸੋਹਣਾ ਹੈ ਸਤ ਸੰਗਤ ਰੂਪੀ ਸਰੋਵਰ, ਜਿਹੜਾ ਇਹਦੇ ਵਿੱਚ ਆ ਕੇ ਇਸ਼ਨਾਨ ਕਰੇਗਾ ਨਾ, ਸਤ ਸੰਗਤ ਰੂਪੀ ਸਰੋਵਰ ਵਿੱਚ ਉਹਦਾ ਉਧਾਰ ਹੋ ਜਾਵੇਗਾ। ਉਹਨੂੰ ਉਹ ਪਰਮਾਤਮਾ ਵਾਹਿਗੁਰੂ ਆਪਣੇ ਹਿਰਦੇ ਵਿੱਚ ਦਿਖਾਈ ਦੇਵੇਗਾ। ਮਨ ਦੇ ਵਿੱਚ ਉਹਦਾ ਨਿਵਾਸ ਜਿਹੜਾ ਟਿਕਾਣਾ ਹੈ ਉਹਦਾ ਪਤਾ ਲੱਗ ਜਾਏਗਾ। ਹੈ ਤੇ ਅੰਦਰ ਹੈ ਪਰ ਗੁਪਤ ਵਰਤ ਰਿਹਾ ਹੈ, ਉਹਨੂੰ ਪ੍ਰਗਟ ਕਿਵੇਂ ਕਰਨਾ ਹੈ? ਉਹ ਗੁਰੂ ਦੀ ਬਾਣੀ, ਗੁਰੂ ਦੇ ਉਪਦੇਸ਼ ਦੇ ਨਾਲ। ਘਟ, ਹਰੇਕ ਘਟ ਦੇ ਅੰਦਰ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਹੈ। ਅਤੇ ਹਰ ਇੱਕ ਮਨੁੱਖ ਜਦੋਂ ਆਪਣੀ ਮਨ ਦੀ ਮਰਜ਼ੀ ਕਰਦਾ ਹੈ, ਜਦੋਂ ਗੁਰੂ ਦੀ ਮੱਤ ਜਿੰਨਾ ਚਿਰ ਨਹੀਂ ਆਉਂਦੀ ਉਹਨਾਂ ਚਿਰ ਮਨੁੱਖ ਬਾਹਰ ਨੂੰ ਭੱਜਦਾ ਹੈ, ਬਾਹਰ ਨੂੰ ਭਟਕਦਾ ਹੈ, ਬਾਹਰ ਵੱਲ ਵੇਖਦਾ ਹੈ। ਥਾਂ ਥਾਂ 'ਤੇ ਭਟਕਣਾ ਜਿਹੜੀ ਉਹ ਖਤਮ ਨਹੀਂ ਹੁੰਦੀ। ਪਰਮਾਤਮਾ ਜਿਹੜਾ ਹੈ ਉਹ ਸਾਡੇ ਅੰਦਰ ਹੈ, ਕਿਉਂਕਿ ਸਤਿਗੁਰੂ ਜੀ ਨੇ ਇਹ ਬਚਨ ਕੀਤਾ ਹੈ, ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀਂ। ਜਿਹੜਾ ਬਾਹਰ ਉਹਨੂੰ ਲੱਭਦਾ ਹੈ ਨਾ, ਉਹ ਭਰਮ ਵਿੱਚ ਪਿਆ ਹੋਇਆ ਹੈ। ਜਦੋਂ ਗੁਰੂ ਦੀ ਸੰਗਤ ਵਿੱਚ ਆਉਂਦੇ ਹਾਂ ਅਤੇ ਇੱਥੇ ਸਾਨੂੰ ਆ ਕੇ ਜਿੱਥੇ ਅਸੀਂ ਗੁਰੂ ਕਾ ਕੀਰਤਨ ਬੜੇ ਹੀ ਪਿਆਰ ਦੇ ਨਾਲ ਗੁਰਬਾਣੀ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਸਰਵਣ ਕੀਤਾ ਹੈ, ਉੱਥੇ ਮਹਾਰਾਜ ਜੀ ਨੇ ਸਾਨੂੰ ਸਭ ਤੇ ਉੱਤਮ ਹਰਿ ਕੀ ਕਥਾ, ਪਰਮਾਤਮਾ ਦੀ ਸਿਫਤ ਸਲਾਹ ਦੀ ਜਿਹੜੀ ਕਥਾ ਹੈ ਨਾ, ਇਹ ਸਭ ਤੋਂ ਉੱਤਮ ਹੈ, ਸ੍ਰੇਸ਼ਟ ਹੈ। ਸਿਫਤ ਸਲਾਹ ਸਰਵਣ ਕਰਨ ਦੇ ਨਾਲ ਨਾਮ ਸੁਨਤ ਦਰਦ ਦੁੱਖ ਲੱਥਾ, ਕਿਉਂਕਿ ਇੱਥੇ ਪਰਮਾਤਮਾ ਦੇ ਨਾਮ ਨੂੰ ਸਰਵਣ ਕੀਤਾ
ਤੇ ਨਾਮ ਸਿਮਰਨ ਸਰਵਣ ਕਰਦਿਆਂ ਹੋਇਆ ਦੁੱਖਾਂ ਤੇ ਦਲਿੱਦਰਾਂ ਦਾ ਨਾਸ ਹੋ ਜਾਂਦਾ ਹੈ, ਅੰਦਰ ਸ਼ਾਂਤ ਹੋ ਜਾਂਦਾ ਹੈ। ਜਿਹੜੇ ਗੁਰਮੁਖ ਪਿਆਰੇ ਨਿਤਾ ਪ੍ਰਤੀ ਗੁਰੂ ਕੀ ਬਾਣੀ ਸਰਵਣ ਕਰਦੇ ਆ ਨਾ, ਉਹਨਾਂ ਦਾ ਮਨ ਜਿਹੜਾ ਏ ਉਹ ਐ ਠੰਡਾ ਠਾਰ ਭਾਵ ਸ਼ਾਂਤ ਹੋ ਜਾਂਦਾ, ਸਹਿਜ ਆ ਜਾਂਦਾ ਉਹਦੇ ਅੰਦਰ, ਕਿਉਂਕਿ ਸਹਿਜ ਦੀ ਕਥਾ ਹੈ ਨਾ, ਇਹ ਅੰਮ੍ਰਿਤਮਈ ਬਾਣੀ ਜਿਹੜੀ ਹੈ ਇਹ ਹਿਰਦੇ ਵਿੱਚ ਵਸ ਗਈ। ਸਤਿਗੁਰੂ ਜੀ ਦਾ ਬਚਨ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ। ਅੰਮ੍ਰਿਤਮਈ ਬਾਣੀ ਪਰਮਾਤਮਾ ਦੀ ਹੈ, ਹਰੀ ਦੀ ਹੈ। ਤੇ ਜਦੋਂ ਇਹ ਸੁਣ ਸੁਣ ਕੇ ਪਰਮ ਉੱਚੀ ਪਰਮ ਪਦ ਦੀ ਅਵਸਥਾ ਪ੍ਰਾਪਤ ਹੋ ਗਈ, ਸਹਿਜ ਅਵਸਥਾ ਦੇ ਵਿੱਚ ਆ ਗਿਆ, ਟਿਕ ਗਿਆ। ਜਿਹੜੀ ਡਾਵਾਂ ਡੋਲ ਸੀ, ਜਿਹੜੀ ਭਟਕਣਾ ਸੀ, ਉਹ ਖਤਮ ਹੋ ਗਈ, ਮਨ ਟਿਕ ਗਿਆ। ਮਨ ਦੀ ਦੌੜ ਭੱਜ ਜਿਹੜੀ ਉਹ ਖਤਮ ਹੋ ਗਈ। ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜਲਨ ਅੰਦਰ ਦੀ ਈਰਖਾ, ਦਵੈਸ, ਤ੍ਰਿਸ਼ਨਾ ਦੀ ਅੱਗ, ਇਹ ਸਭ ਜਿਹੜੇ ਵਿਕਾਰ ਸਨ ਇਹ ਬੁਝ ਖਤਮ ਹੋ ਗਏ। ਮਨ ਸ਼ਾਂਤ ਹੋ ਗਿਆ, ਮਨ ਟਿਕ ਗਿਆ। ਜਦੋਂ ਗੁਰੂ ਦੇ ਦਰਸ਼ਨ, ਗੁਰੂ ਦੀ ਬਾਣੀ ਨੂੰ ਸਰਵਣ ਕੀਤਾ, ਗੁਰੂ ਦੇ ਉਪਦੇਸ਼ ਨੂੰ ਸਰਵਣ ਕੀਤਾ, ਫਿਰ ਗੁਰੂ ਦੀ ਮੱਤ ਆਈ ਤੇ ਇਹ ਸਹਿਜ ਕਥਾ ਜਿਹੜਾ ਅੰਮ੍ਰਿਤ ਦਾ ਕੁੰਡ ਹੈ, ਇਹਦੇ ਵਿੱਚ ਨਿਤਾ ਪ੍ਰਤੀ ਫਿਰ ਉਹ ਗੁਰਮੁਖ ਪਿਆਰੀਆਂ ਰੂਹਾਂ ਆ ਕੇ ਮਨ ਦਾ ਇਸ਼ਨਾਨ ਕਰਦੀਆਂ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਪੜੋ ਸੁਣੋ ਨਿਤ ਭਾਈ, ਗੁਰਪੂਰੇ ਤੂੰ ਰਾਖਿਆ। ਹੁਣ ਭਾਈ ਰੋਜ਼ ਹੀ ਗਾਓ, ਸੁਣੋ। ਜੇ ਸੁਣਦੇ ਜੋ ਤੇ ਠੀਕ ਹੈ, ਜੇ ਸੁਣ ਲਿਆ ਤੇ ਹੁਣ ਗਾਉਣਾ ਸ਼ੁਰੂ ਕਰ ਦਿਓ, ਬਾਣੀ ਨੂੰ ਪੜ੍ਹੋ। ਕਿਉਂਕਿ ਗੁਰੂ ਸਾਨੂੰ ਹਰ ਵੇਲੇ ਹੀ ਇਹ ਉਪਦੇਸ਼ ਦਿੰਦੇ ਨੇ, ਭਾਈ ਜਿਹੜਾ ਗੁਰਬਾਣੀ ਦੇ ਨਾਲ ਜੁੜ ਜਾਵੇਗਾ ਨਾ, ਗੁਰੂ ਦੇ ਬਚਨਾਂ ਨਾਲ ਜੁੜ ਜਾਏਗਾ, ਉਹਦਾ ਜੀਵਨ ਸਫਲ ਹੈ, ਉਹਦਾ ਜੀਵਨ ਆਨੰਦ ਹੈ। ਉਹ ਆਤਮਿਕ ਖੇੜੇ ਦੇ ਵਿੱਚ, ਆਤਮਿਕ ਆਨੰਦ ਦੇ ਵਿੱਚ ਰਹੇਗਾ ਤੇ ਉਹਦੀ ਉੱਚੀ ਅਵਸਥਾ ਉਹਨੂੰ ਪ੍ਰਾਪਤ ਹੋ ਜਾਏਗੀ, ਸਹਿਜ ਅਵਸਥਾ ਦੇ ਵਿੱਚ ਟਿਕ ਜਾਏਗਾ। ਆਪਾਂ ਸਾਰੇ ਹੀ ਤਿੰਨਾਂ ਗੁਣਾਂ ਦੇ ਵਿੱਚ, ਰਾਜੋ ਤਮੋ ਤੇ ਸਤੋ ਦੇ ਵਿੱਚ ਵਿਚਰ ਰਹੇ ਹਾਂ, ਪਰ ਜਿਹੜੀ ਤੁਰੀ ਅਵਸਥਾ, ਚੌਥੀ ਅਵਸਥਾ ਹੈ, ਜਿਹਨੂੰ ਪਰਮ ਪਦ ਦੀ ਅਵਸਥਾ ਕਿਹਾ ਹੈ, ਉੱਥੇ ਕੋਈ ਵਿਰਲੇ ਗੁਰਮੁਖ ਪਿਆਰੇ ਹੀ ਪਹੁੰਚਦੇ ਨੇ, ਜਿਨ੍ਹਾਂ ਨੂੰ ਆਪਣੇ ਮਨ ਦੇ ਵਿੱਚ ਇਹ ਪਤਾ ਲੱਗ ਜਾਂਦਾ ਹੈ ਕਿ ਪ੍ਰਭੂ ਦਾ ਟਿਕਾਣਾ ਜਿਹੜਾ ਹੈ, ਨਿਵਾਸ ਆ, ਉਹ ਮੇਰੇ ਮਨ ਦੇ ਵਿੱਚ ਹੈ, ਮੇਰੇ ਅੰਦਰ ਹੈ, ਉਹ ਬਾਹਰ ਨਹੀਂ ਹੈ। ਸਹਿਜ ਕਥਾ ਇਹ ਹੈ, ਸਹਿਜ ਕਥਾ ਕਿ ਅੰਮ੍ਰਿਤ ਕੁੰਟਾ ਜਿਸੇ ਪ੍ਰਾਪਤ, ਜਿਹਦੇ ਉੱਤੇ ਮਾਲਕ ਦੀ ਕਿਰਪਾ ਹੋ ਗਈ, ਜਿਹੜੇ ਗੁਰੂ ਦਰਬਾਰ ਵਿੱਚ ਆ ਗਏ, ਤਿਸ ਲੈ ਪੁੰਚਾ, ਉਸ ਨੇ ਇਹ ਸਹਿਜ ਕਥਾ ਦਾ ਇਹਦਾ ਆਨੰਦ ਜਿਹੜਾ, ਰਸ ਜਿਹੜਾ ਹੈ, ਉਹਨੇ ਪੁੰਚਿਆ, ਮਾਣਿਆ, ਉਹਨੂੰ ਰਸ ਸਵਾਦ ਆਇਆ। ਉਹ ਫਿਰ ਗੁਰੂ ਦੀ ਸੰਗਤ ਤੋਂ ਬਗੈਰ ਰਹਿ ਨਹੀਂ ਸਕਦਾ। ਉਹ ਗੁਰੂ ਤੋਂ ਇੱਕ ਘੜੀ, ਇੱਕ ਪਲ ਵੀ ਗੁਰੂ ਤੋਂ ਦੂਰ ਨਹੀਂ ਹੋ ਸਕਦਾ। ਇਹ ਸਾਨੂੰ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਮਨਾ ਹਰ ਵੇਲੇ ਹੀ ਗੁਰੂ ਗੁਰੂ ਕਰਿਆ ਕਰ, ਤੇਰਾ ਮਨ ਹੋਰ ਕਿਸੇ ਪਾਸੇ ਨਾ ਚਾਕੇ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰੂ ਦੇ ਰਾਹੀਂ ਹੀ ਸਾਨੂੰ ਉਹ ਪਰਮਾਤਮਾ ਦਾ ਮਿਲਾਪ ਹੋਣਾ ਹੈ। ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਜਿਸੇ ਪ੍ਰਾਪਤ ਤਿਸ ਲੈ ਪਹੁੰਚਾ। ਜਿਹਦੇ ਪ੍ਰਾਪਤੀ ਹੋ ਗਈ, ਜਿਹਦੇ ਤੇ ਕਿਰਪਾ ਹੋ ਗਈ, ਬਖਸ਼ਿਸ਼ ਹੋ ਗਈ, ਉਹਨੇ ਇਹ ਰਸ ਮਾਣਿਆ। ਸਤਿਗੁਰੂ ਜੀ ਦਾ ਬਚਨ ਹੈ ਕਿ ਮਨੁੱਖ ਦੇ ਅੰਦਰ ਤਿੰਨ ਵਸਤੂਆਂ ਜਿਹੜੀਆਂ ਨਾ, ਉੱਚਾ ਆਚਰਣ ਤੇ ਸੰਤੋਖ ਤੇ ਆਤਮਿਕ ਜੀਵਨ ਦੀ ਸੂਝ ਜਿਹੜੀ ਆ, ਇਹ ਥਾਲ ਹਿਰਦੇ ਰੂਪੀ ਦੇ ਵਿੱਚ ਤਿੰਨ ਵਸਤੂਆਂ ਜਿਹੜੀਆਂ ਨੇ ਮਨੁੱਖ ਦੇ ਅੰਦਰ ਇਹ ਹੋਣੀਆਂ ਚਾਹੀਦੀਆਂ। ਉੱਚਾ ਆਚਰਣ, ਸੰਤੋਖ ਤੇ ਆਤਮਿਕ ਜੀਵਨ ਦੀ ਸੂਝ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਅੰਮ੍ਰਿਤ ਨਾਮ ਇਹ ਵੀ ਹਿਰਦੇ ਵਿੱਚ ਸਾਡੇ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ, ਇਹ ਗੁਰੂ ਦੇ ਪਾਸੋਂ ਮਿਲਣਾ ਹੈ ਤੇ ਜਿਹਦੇ ਨਾਲ ਸਾਡਾ ਉਧਾਰ ਹੋਣਾ। ਆਧਾਰ ਤੋਂ ਭਾਵ ਸਾਡਾ ਜਿਹੜਾ ਵਿਕਾਰਾਂ ਦੇ ਨਾਲ ਟਾਕਰਾ ਹੋ ਰਿਹਾ ਨਾ, ਇਹ ਵਿਕਾਰਾਂ ਤੋਂ ਸਾਡਾ ਖਹਿੜਾ, ਇਹ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਹੀ ਗੁਰੂ ਦੀ ਕਿਰਪਾ ਨਾਲ
ਸਾਡੀ ਇੱਜ਼ਤ, ਸਾਡੀ ਆਬਰੂ ਜਿਹੜੀ ਹੈ ਇਹ ਬਚਣੀ ਹੈ। ਸਾਡੀ ਰੱਖਿਆ ਵਿਕਾਰਾਂ ਵੱਲੋਂ ਕੌਣ ਕਰੇਗਾ? ਗੁਰੂ। ਜਦੋਂ ਗੁਰੂ ਦੀ ਮੱਤ ਆਵੇਗੀ, ਗੁਰੂ ਦੇ ਬਚਨਾਂ ਨੂੰ ਸਰਵਣ ਕਰਾਂਗੇ, ਗੁਰ ਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਫਿਰ ਇਹ ਅੰਦਰਲਾ ਜਿਹੜਾ ਸਾਡਾ ਹਿਰਦਾ ਮਨ ਹੈ ਨਾ, ਇਹ ਸਾਫ਼ ਹੋ ਜਾਏਗਾ। ਫਿਰ ਸਾਨੂੰ ਦੌੜ ਭੱਜ ਨਹੀਂ ਕਰਨੀ ਪਏਗੀ ਕਿ ਪਰਮਾਤਮਾ ਕਿੱਥੇ ਹੈ, ਕਿਹੜੀ ਜਗ੍ਹਾ ਤੋਂ ਮੈਨੂੰ ਸੁੱਖ ਮਿਲਣਗੇ, ਕਿਹੜੀ ਜਗ੍ਹਾ ਮੈਂ ਜਾਵਾਂ। ਗੁਰੂ ਸਾਹਿਬ ਜੀ ਤੇ ਮਹਾਰਾਜ ਦੇ ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਆਪਣੇ ਹਿਰਦੇ ਵਿੱਚ ਨਾਮ ਵਸਾਓ, ਪਰਮਾਤਮਾ ਨੂੰ ਯਾਦ ਕਰਿਆ ਕਰੋ। ਪਰਮਾਤਮਾ ਤਾਂ ਅੰਗ ਸੰਗ ਹੈ, ਅਸੀਂ ਪਰਮਾਤਮਾ ਨੂੰ ਦੂਰ ਸਮਝੀ ਬੈਠੇ ਹਾਂ। ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਇਹ ਉਪਦੇਸ਼ ਦ੍ਰਿੜ ਕਰਾਇਆ ਹੈ। ਆਪ ਜੀਆਂ ਨੇ ਗੁਰੂ ਦੇ ਪਾਵਨ ਨੂੰ ਸਰਵਣ ਕੀਤਾ, ਗੁਰੂ ਦੀ ਬਾਣੀ ਨੂੰ ਕੰਠ ਵੀ ਕਰਨਾ ਹੈ, ਕਿਉਂਕਿ ਸਾਨੂੰ ਬਾਣੀ ਕੰਠ ਹੋਵੇਗੀ ਨਾ, ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਵਸੇਗਾ, ਤਾਂ ਪਤਾ ਲੱਗੇਗਾ ਕਿ ਗੁਰੂ ਜੀ ਤਾਂ ਇਹ ਬਚਨ ਕਿਹਾ ਸੀ ਤੇ ਮੈਂ ਤਾਂ ਗੁਰੂ ਤੋਂ ਉਲਟ ਚੱਲ ਰਿਹਾ। ਉਹ ਗੁਰੂ ਜੀ ਦਾ ਬਚਨ ਹੈ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਅਗੰਮ ਦਾ ਭਾਵ ਹੈ ਜਿਹੜਾ ਪਰਮਾਤਮਾ ਸਾਡੀ ਪਹੁੰਚ ਤੋਂ ਪਰੇ ਆ, ਜਿੱਥੋਂ ਤੱਕ ਪਹੁੰਚਿਆ ਨਾ ਜਾਵੇ। ਅਪਹੁੰਚ ਪ੍ਰਭੂ ਪਰਮਾਤਮਾ ਦਾ ਜਿਹੜਾ ਸਰੂਪ ਹੈ, ਰੂਪ ਹੈ, ਉਹ ਸਾਡੇ ਮਨ ਵਿੱਚ ਉਹਦਾ ਥਾਂ ਹੈ, ਟਿਕਾਣਾ ਹੈ। ਪਰ ਕਿਸੇ ਵਿਰਲੇ ਹੀ ਗੁਰਮੁਖ ਪਿਆਰੇ ਨੇ ਇਸ ਭੇਤ ਨੂੰ ਜਾਣਿਆ ਕਿ ਪਰਮਾਤਮਾ ਮੇਰੇ ਅੰਦਰ ਹੈ, ਮਾਲਕ ਮੇਰੇ ਅੰਦਰ ਹੈ। ਜਦੋਂ ਗੁਰੂ ਦੀ ਮੱਤ ਆਉਂਦੀ ਹੈ ਨਾ, ਗੁਰੂ ਪਾਰਸ ਹੈ, ਅਸੀਂ ਲੋਹੇ ਵਰਗੇ ਹਾਂ ਤੇ ਗੁਰੂ ਪਾਰਸ ਹੈ, ਜਿਹੜਾ ਗੁਰੂ ਨੂੰ ਸਪਰਸ਼ ਹੋ ਜਾਵੇਗਾ, ਜਿਹਦੇ ਅੰਦਰ ਗੁਰੂ ਦਾ ਬਚਨ ਵਸ ਜਾਏਗਾ, ਇਹ ਜਿਹੜਾ ਕਾਇਆ ਹੈ ਨਾ, ਇਹ ਕਿਲਾ ਜਿਹੜਾ ਹੈ ਇਹ ਸੋਹਣਾ ਬਣ ਜਾਏਗਾ, ਇਹਦੇ ਅੰਦਰ ਹੀ ਪਰਮਾਤਮਾ ਦਿਖਾਈ ਦੇਵੇਗਾ। ਜਦੋਂ ਸਾਨੂੰ ਗੁਰੂ ਦੀ ਮੱਤ ਆਵੇਗੀ, ਬਾਣੀ ਦਾ ਬਚਨ ਹੈ, ਗੁਰ ਪਾਰਸ ਹਮ ਲੋ, ਗੁਰੂ ਪਾਰਸ ਹੈ ਤੇ ਅਸੀਂ ਲੋਹੇ ਹਾਂ। ਮਿਲ ਕੰਚਨ ਹੋਇਆ ਰਾਮ, ਗੁਰੂ ਨੂੰ ਮਿਲ ਕੇ ਸਾਡਾ ਸਰੀਰ ਜਿਹੜਾ ਹੈ, ਸਾਡੀ ਮੱਤ ਜਿਹੜੀ, ਬੁੱਧੀ ਜਿਹੜੀ ਹੈ, ਇਹ ਕੰਚਨ ਸੋਨੇ ਵਰਗੀ ਹੋ ਗਈ। ਜੋਤੇ ਜੋਤ ਮਿਲਾਏ, ਕਾਇਆ ਗੜ ਸੋਹਿਆ ਰਾਮ। ਹੁਣ ਪਰਮਾਤਮਾ ਵਾਹਿਗੁਰੂ ਦੇ ਨਾਲ ਇਹ ਜੋਤ ਮਿਲ ਕੇ ਤੇ ਇਹ ਕਾਇਆ ਜਿਹੜਾ ਕਿਲਾ ਸਰੀਰ ਹੈ ਨਾ, ਇਹ ਸੋਹਣਾ ਬਣ ਗਿਆ, ਚੰਗਾ ਬਣ ਗਿਆ। ਕਾਇਆ ਗੜ ਸੋਹਿਆ, ਮੇਰੇ ਪ੍ਰਭ ਮੋਹਿਆ, ਕਿਉਂ ਸਾਸ ਗਰਾਸ ਵਿਸਾਰੀਐ, ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ। ਜਿਹੜਾ ਅਦ੍ਰਿਸ਼ਟ ਹੈ, ਜਿਹੜਾ ਅਗੋਚਰ ਹੈ, ਸਾਡੀਆਂ ਇੰਦਰੀਆਂ ਤੋਂ ਪਰੇ ਆ, ਪਹੁੰਚ ਤੋਂ ਪਰੇ ਆ, ਜਿਸ ਨੂੰ ਅਸੀਂ ਇਹਨਾਂ ਅੱਖਾਂ ਨਾਲ ਵੇਖ ਨਹੀਂ ਪਾ ਰਹੇ, ਉਹਨੂੰ ਪਕੜਿਆ ਗੁਰ ਸ਼ਬਦੀ, ਉਹਨੂੰ ਗੁਰੂ ਦੇ ਸ਼ਬਦ ਰਾਹੀਂ ਆਪਣੇ ਅੰਦਰ ਵੇਖ ਲਿਆ। ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹਉ ਸਤਿਗੁਰ ਕੈ ਬਲਹਾਰੀਐ। ਜਦੋਂ ਇਹ ਪਤਾ ਲੱਗ ਜਾਏਗਾ ਨਾ ਕਿ ਸਾਡੇ ਅੰਦਰ ਮਾਲਕ ਵਾਹਿਗੁਰੂ ਦਾ ਨਿਵਾਸ ਹੈ, ਪਰਮਾਤਮਾ ਅੰਦਰ ਹੈ, ਇੱਕ ਥਾਂ ਤੇ ਨਹੀਂ ਹੈ, ਉਹ ਸਰਬ ਵਿਆਪਕ ਜਿਹੜਾ ਹੈ, ਉਹ ਜੇ ਮੇਰੇ ਅੰਦਰ ਹੈ ਤੇ ਫਿਰ ਸਾਰਿਆਂ ਦੇ ਅੰਦਰ ਹੈ। ਫਿਰ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹਉ ਸਤਿਗੁਰ ਕੈ ਬਲਹਾਰੀਐ, ਸਤਿਗੁਰ ਆਗੇ ਸੀਸ ਭੇਟ ਦਿਓ। ਹੁਣ ਗੱਲ ਆ ਯਾਦ ਰੱਖਣੀ ਗੁਰੂ ਸਵਾਰਿਓ ਕਿ ਸਤਿਗੁਰ ਨੂੰ ਅਸੀਂ ਸੀਸ ਜਿਹੜਾ ਸਿਰ ਦੇ ਦਿੱਤਾ ਕਿ ਨਹੀਂ ਦੇ ਦਿੱਤਾ। ਗੁਰੂ ਸਾਹਿਬ ਜੀ ਕਹਿੰਦੇ ਸਤਿਗੁਰ ਆਗੇ ਸੀਸ ਭੇਟ ਦਿਓ। ਮਾਇਆ ਧਨ ਅਸੀਂ ਮੁਬਾਰਕ ਹੈ, ਦਸਵੰਧ ਦੀ ਮਾਇਆ ਗੁਰੂ ਚਰਨਾਂ ਵਿੱਚ ਲਿਆਉਨੇ ਆ, ਚੰਗੀ ਗੱਲ ਹੈ, ਅਸੀਂ ਸਭ ਕੁਝ ਦੇਣ ਨੂੰ ਤਿਆਰ ਹਾਂ, ਪਰ ਅਸੀਂ ਆਪਣਾ ਸੀਸ ਨਹੀਂ ਦਿੰਦੇ। ਸੀਸ ਤੋਂ ਭਾਵ ਹੈ ਕਿ ਗੁਰੂ ਨੂੰ ਸਮਰਪਿਤ ਹੋ ਜਾਣਾ। ਸਤਿਗੁਰ ਆਗੇ ਸੀਸ ਭੇਟ ਦਿਓ, ਜੇ ਸਤਿਗੁਰ ਸਾਚੈ ਭਾਵੈ, ਤੇ ਜੇ ਗੁਰੂ ਨੂੰ ਭਾ ਗਿਆ, ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੇ। ਜਦੋਂ ਉਹ ਮਾਲਕ ਆਪ ਦਇਆ ਕਰਕੇ, ਮਿਹਰ ਕਰਕੇ ਗੁਰੂ ਦੇ ਰਾਹੀਂ ਸਾਨੂੰ ਆਪਣੇ ਨਾਲ ਜੋੜ ਲਵੇਗਾ, ਗਲੇ ਨਾਲ ਲਾ ਲਵੇਗਾ, ਇਹ ਸੀਸ ਜਿਹੜਾ ਹੈ ਗੁਰੂ ਨੂੰ ਸਮਰਪਿਤ ਕਰ ਦੇਣਾ ਹੈ। ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਜਿਸੇ ਪ੍ਰਾਪਤ ਤਿਸ ਲੈ ਪਹੁੰਚਾ।
ਤੇ ਮਹਾਰਾਜ ਕਹਿੰਦੇ ਨੇ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਅਗੰਮ ਰੂਪ ਕਾ ਮਨ ਮੈਂ ਥਾਨਾ, ਗੁਰ ਪ੍ਰਸਾਦ ਕਿਨੇ ਵਿਰਲੇ ਜਾਨਾ। ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਵਿਰਲੇ ਨੇ ਹੀ ਇਸ ਗੱਲ ਨੂੰ ਜਾਣਿਆ ਕਿ ਪਰਮਾਤਮਾ ਮੇਰੇ ਨਾਲ ਹੈ, ਮੇਰੇ ਅੰਗ ਸੰਗ ਹੈ। ਮੇਰੇ ਪਰਮਾਤਮਾ ਦਾ ਜਿਹੜਾ ਅਸਲੀ ਟਿਕਾਣਾ ਹੈ ਉਹ ਮੇਰਾ ਹਿਰਦਾ ਹੈ, ਮੇਰਾ ਮਨ ਹੈ। ਕਿਉਂਕਿ ਪਰਮਾਤਮਾ ਨੂੰ ਇੱਕ ਥਾਂ 'ਤੇ ਅਸਥਾਪਨ ਨਹੀਂ ਕੀਤਾ ਜਾ ਸਕਦਾ, ਇੱਕ ਥਾਂ 'ਤੇ ਨਹੀਂ, ਉਹ ਸਾਰੀਆਂ ਥਾਵਾਂ 'ਤੇ ਹੈ, ਸਾਰਿਆਂ ਹਿਰਦਿਆਂ ਵਿੱਚ ਹੈ। ਤੇ ਜਦੋਂ ਆਪਣੇ ਆਪ ਦੀ ਕੋਈ ਪੜਚੋਲ ਕਰੇਗਾ ਨਾ, ਆਪਣੇ ਆਪ ਦੀ ਅੰਦਰ ਦੀ ਯਾਤਰਾ ਕਰੇਗਾ, ਖੋਜ ਕਰੇਗਾ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਫਿਰ ਉਹ ਭਰਮ ਦਾ ਜਿਹੜਾ ਜਾਲਾ ਹੈ ਨਾ ਉਹ ਉਤਰ ਜਾਏਗਾ, ਖਤਮ ਹੋ ਜਾਏਗਾ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਜਿਵੇਂ ਫੁੱਲਾਂ ਦੇ ਵਿੱਚ ਸੁਗੰਧੀ ਹੈ ਤੇ ਸੀਸਾ ਜਿਹੜਾ ਹੈ ਜਿਹਦੇ ਨਾਲ ਆਪਾਂ ਆਪਣਾ ਮੁਖ ਵੇਖਦੇ ਹਾਂ, ਅਕਸ ਵੇਖਦੇ ਹਾਂ, ਉਹ ਤਸਵੀਰ, ਉਹ ਦਸਤਾਰ ਬੰਨ੍ਹਦੇ ਹਾਂ, ਅਸੀਂ ਸੀਸਾ ਅੱਗੇ ਰੱਖਦੇ ਹਾਂ, ਪਰ ਉਹ ਜਿਹੜੀ ਸਾਡਾ ਅਕਸ ਹੈ, ਜੋ ਤਸਵੀਰ ਹੈ, ਮੂਰਤ ਹੈ, ਸੀਸੇ ਦੇ ਵਿੱਚ ਦਿਖਾਈ ਦਿੰਦੀ, ਉਹ ਸਾਡੀ ਪਕੜ ਵਿੱਚ ਨਹੀਂ ਹੈ। ਫੁੱਲ ਦੇ ਵਿੱਚ ਜਿਹੜੀ ਸੁਗੰਧੀ ਹੈ ਉਹ ਨਾਸਕਾ ਦੇ ਨਾਲ ਸਾਨੂੰ ਪਤਾ ਲੱਗਦਾ ਹੈ, ਤੇ ਉਹ ਸੁਗੰਧੀ ਜਿਹੜੀ ਹੈ ਉਹ ਸਾਡੀ ਪਕੜ ਵਿੱਚ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਹੀ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਸਾਰਿਆਂ ਦੇ ਵਿੱਚ ਰਹਿੰਦਿਆਂ ਹੋਇਆ ਸਾਡੀ ਪਕੜ ਤੋਂ ਬਾਹਰ ਹੈ, ਅਪਹੁੰਚ ਹੈ, ਪਰੇ ਹੈ, ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਪੋਹਪ ਮੱਧ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਇਸੇ ਤਰ੍ਹਾਂ ਹੀ ਨਿਰੰਤਰ ਲਗਾਤਾਰ ਪਰਮਾਤਮਾ ਉਹ ਵਸ ਰਿਹਾ ਹੈ, ਪਰ ਤੂੰ ਐ ਬੰਦੇ ਆਪਣੇ ਅੰਦਰ ਉਹਨੂੰ ਖੋਜ ਵੇਖ। ਬਾਹਰ ਭੀਤਰ ਏਕੋ ਜਾਨੋ, ਬਾਹਰ ਦੀ ਗੱਲ ਬਾਅਦ ਵਿੱਚ ਹੈ। ਜਿਹੜਾ ਮਨੁੱਖ ਪਹਿਲਾਂ ਆਪਣੇ ਅੰਦਰ ਵੇਖੇਗਾ ਉਹਨੂੰ ਬਾਹਰ ਦਿਖਾਈ ਦੇਵੇਗਾ, ਜੇ ਆਪਣੇ ਨਾਲ ਨਹੀਂ ਵੇਖਿਆ ਤੇ ਬਾਹਰ ਦੀ ਫਿਰ ਭਟਕਣਾ ਹੈ, ਬਾਹਰ ਵੇਖ ਨਹੀਂ ਸਕੇਗਾ। ਪਹਿਲਾਂ ਆਪੇ ਆਪ ਨੂੰ ਵੇਖਣਾ ਹੈ ਕਿ ਪਰਮਾਤਮਾ ਮੇਰੇ ਨਾਲ ਹੈ, ਮੇਰੇ ਅੰਗ ਸੰਗ ਹੈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਜਿੰਨਾ ਚਿਰ ਅਸੀਂ ਆਪਣੇ ਆਪ ਦੀ ਪੜਚੋਲ ਨਹੀਂ ਕਰਦੇ ਉਹਨਾਂ ਚਿਰ ਇਹ ਭਰਮ ਦੀ ਕਾਈ ਜਾਲਾ ਜਿਹੜਾ ਹੈ ਨਾ, ਇਹ ਭਰਮ ਦਾ ਇਹ ਮਿਟ ਨਹੀਂ ਸਕਦਾ। ਕਾਈ ਕਹਿੰਦੇ ਨੇ ਹਰੇ ਰੰਗ ਦਾ ਜਾਲਾ, ਪਾਣੀ ਦੇ ਵਿੱਚ ਜਿੱਥੇ ਪਾਣੀ ਲਗਾਤਾਰ ਖਲੋਤਾ ਹੋਵੇ ਉੱਥੇ ਜਾਲਾ ਜੰਮ ਜਾਂਦਾ। ਵੇਖਣ ਵਾਲੇ ਨੂੰ ਇੱਕ ਭਰਮ ਭੁਲੇਖਾ ਪੈਂਦਾ ਹੈ ਕਿ ਇਸ ਜਗ੍ਹਾ 'ਤੇ ਪਾਣੀ ਨਹੀਂ ਹੈ, ਪਰ ਜਦੋਂ ਉਹਦੇ ਵਿੱਚ ਪੈਰ ਰੱਖਿਆ ਜਾਂਦਾ ਹੈ ਤੇ ਫਿਰ ਪਤਾ ਲੱਗਦਾ ਹੈ ਜਦੋਂ ਡਿੱਗਦਾ ਹੈ। ਇਹ ਭਰਮ ਦਾ ਜਾਲਾ ਇਸ ਤਰ੍ਹਾਂ ਦਾ ਹੈ, ਇਹਦੇ ਵਿੱਚ ਮਨੁੱਖ ਜਿਹੜਾ ਇਹ ਡੱਕੋ ਡੋਲੇ ਖਾ ਰਿਹਾ, ਭਟਕ ਰਿਹਾ। ਭਰਮ ਦਾ ਜਾਲਾ ਉਦੋਂ ਮਿਟੇਗਾ ਜਦੋਂ ਅੰਦਰੋਂ ਆਪਣੇ ਆਪ ਦੀ ਪੜਚੋਲ ਕਰੇਗਾ। ਸੋ ਸਤਿਗੁਰੂ ਜੀ ਕਹਿੰਦੇ ਅਗੰਮ ਰੂਪ ਕਾ ਮਨ ਮੈਂ ਥਾਨਾ, ਮਨ ਦੇ ਵਿੱਚ ਨਿਵਾਸ ਹੈ, ਥਾਂ ਹੈ। ਗੁਰ ਪ੍ਰਸਾਦ ਕਿਨੈ ਬਿਰਲੇ ਜਾਨਾ, ਗੁਰੂ ਦੀ ਕਿਰਪਾ ਦੇ ਨਾਲ ਕਿਸੇ ਕਿਸੇ ਨੇ ਹੀ ਗੁਰਮੁਖ ਪਿਆਰੇ ਨੇ ਜਿਹਨੂੰ ਸਤ ਸੰਗਤ ਰੂਪੀ ਸਰੋਵਰ ਲਗਾਤਾਰ ਇੱਥੇ ਆ ਕੇ ਉਹਨੇ ਮਨ ਦਾ ਇਸ਼ਨਾਨ ਕੀਤਾ, ਮਨ ਵਿੱਚ ਪਰਮਾਤਮਾ ਨੂੰ ਅਰਾਧਿਆ, ਯਾਦ ਕੀਤਾ, ਤੇ ਉਹਨੂੰ ਪਤਾ ਲੱਗਾ ਕਿ ਪਰਮਾਤਮਾ ਤੇ ਗੁਰੂ ਨੇ ਦੱਸਿਆ ਹੈ ਮੇਰੇ ਨਾਲ ਹੈ। ਜਦੋਂ ਅਸੀਂ ਗੁਰੂ ਕੀ ਬਾਣੀ ਪੜ੍ਹਦੇ ਆ ਨਾ ਤੇ ਸਾਨੂੰ ਸਤਿਗੁਰੂ ਜੀ ਦਾ ਇਹ ਵੀ ਉਪਦੇਸ਼ ਹੈ, ਗੁਰੂ ਤੇ ਪਰਮੇਸ਼ਰ ਇੱਕ ਹੈ। ਜਿਸ ਦਿਨ ਗੁਰੂ ਸਵਾਰਿਓ ਸਾਡੇ ਹਿਰਦੇ ਵਿੱਚ ਗੁਰੂ ਕੀ ਬਾਣੀ, ਗੁਰੂ ਦਾ ਸ਼ਬਦ ਵਸ ਜਾਏਗਾ ਨਾ, ਪਰਮਾਤਮਾ ਨਹੀਂ ਭੁੱਲੇਗਾ। ਪਰਮਾਤਮਾ ਭੁੱਲਦਾ ਹੀ ਉਦੋਂ ਹੈ ਕਿ ਜਦੋਂ ਸਾਨੂੰ ਗੁਰੂ ਦੀ ਮੱਤ, ਅਸੀਂ ਗੁਰੂ ਦੇ ਉਪਦੇਸ਼ ਨੂੰ ਸਰਵਣ ਕਰਦੇ ਜ਼ਰੂਰ ਹਾਂ ਪਰ ਸੁਣ ਕੇ ਤੇ ਛੱਡ ਦਿੰਦੇ ਹਾਂ। ਸੁਣਦੇ ਵੀ ਹਾਂ ਪਰ ਅਸੀਂ ਸੁਣ ਕੇ ਫਿਰ ਉਸ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਕੇ ਨਾ ਤੇ ਫਿਰ ਉਸ ਗੁਰੂ ਦੀ ਮੱਤ ਅਨੁਸਾਰ ਚੱਲਾਂਗੇ ਤੇ ਫਿਰ ਕਦੇ ਵੀ ਉਹ ਪਰਮਾਤਮਾ ਨਹੀਂ ਭੁੱਲੇਗਾ, ਕਦੇ ਵੀ ਪਰਮਾਤਮਾ ਦੂਰ ਨਹੀਂ ਹੋਵੇਗਾ, ਸਾਡੇ ਅੰਦਰ ਹੀ ਉਹਦਾ ਵਾਸਾ ਹੈ। ਇੱਕ ਸਤਿਗੁਰੂ ਜੀ ਦਾ ਵਚਨ ਹੈ, ਗੁਰ ਪ੍ਰਸਾਦ ਮੇਰਾ ਮਨ ਵਸਿਆ, ਮਨ ਦੇ ਵਿੱਚ ਵਸਿਆ। ਕਿਹਦੀ ਕਿਰਪਾ ਨਾਲ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ। ਗੁਰ ਪ੍ਰਸਾਦ ਕਿਨੇ ਵਿਰਲੇ ਜਾਨਾ, ਗੁਰ ਪ੍ਰਸਾਦ ਮੇਰੇ ਮਨ ਵਸਿਆ, ਜੋ ਮੰਗੋ ਸੋ ਪਾਵੋ ਰੇ।
ਵੇਖੋ ਕਿੱਡੀ ਵੱਡੀ ਕਿਰਪਾ ਗੁਰੂ ਨੇ ਕੀਤੀ, ਬਖਸ਼ਿਸ਼ ਕੀਤੀ, ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਗੁਰੂ ਦੀ ਕਿਰਪਾ ਨਾਲ ਕੋਈ ਕਹਿ ਨਹੀਂ ਸਕਦਾ ਕਿ ਮੇਰੀ ਕਿਰਪਾ, ਮੈਂ ਆਪ ਹੀ ਉਦਮ ਕੀਤਾ। ਜਿਵੇਂ ਵੀ ਅਸੀਂ ਕੋਈ ਕਰਮ ਕਰਦੇ ਆ ਨਾ ਤੇ ਕਹਿੰਦੇ ਇਹ ਮੈਂ ਕੰਮ ਕੀਤਾ, ਮੈਂ ਨਾ ਕਰਦਾ ਤੇ ਹੋਣਾ ਨਹੀਂ ਸੀ। ਪਰ ਇਹ ਗੁਰੂ ਦੀ ਜਿਹੜੀ ਬਖਸ਼ਿਸ਼ ਹੈ ਨਾ, ਕੋਈ ਵੀ ਕਰਮ ਕਰੀਏ ਤੇ ਗੁਰੂ ਅੰਗ ਸੰਗ ਹੋਵੇ, ਗੁਰੂ ਨੂੰ ਯਾਦ ਕਰੀਏ, ਪਰਮੇਸ਼ਰ ਨੂੰ ਯਾਦ ਕਰੀਏ, ਅਰਦਾਸ ਕਰੀਏ ਕਿ ਮਾਲਕ ਜੀ ਇਸ ਕਾਰਜ ਵਿੱਚ ਤੁਸੀਂ ਆਪ ਸਹਾਈ ਹੋਣਾ। ਗੁਰਮੁਖ ਪਿਆਰੇ ਉਹ ਇਸ ਤਰ੍ਹਾਂ ਅਰਦਾਸ ਕਰਦੇ ਨੇ ਨਾਮ ਜਪਣ ਵੇਲੇ ਵੀ, ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਸਾਡੇ ਮਨ ਵਿੱਚ ਜਦੋਂ ਉਹ ਵਸੇਗਾ ਨਾ, ਤੇ ਫਿਰ ਸਾਡੀ ਜਿਹੜੀ ਥਾਂ ਥਾਂ ਤੇ ਮੰਗਣ ਦੀ ਆਦਤ ਹੈ ਨਾ ਕਿ ਫਲਾਨੀ ਜਗ੍ਹਾ ਤੋਂ ਫਲਾਨੀ ਜਿਹੜੀ ਇੱਛਾ ਹੈ ਉਹ ਪੂਰੀ ਹੁੰਦੀ ਹੈ, ਉੱਥੋਂ ਮਨੋਕਾਮਨਾ ਇਹ ਮਿਲਦੀ ਹੈ, ਉਹ ਫਿਰ ਇੱਕ ਥਾਂ ਤੋਂ ਹੀ ਸਭ ਕੁਝ ਮਿਲ ਜਾਏਗਾ। ਜੋ ਮੰਗੋ, ਹੁਣ ਮੈਂ ਜੋ ਮੰਗਾਂ ਉਹ ਮੈਨੂੰ ਗੁਰੂ ਕੋਲੋਂ ਮਿਲ ਜਾਂਦਾ, ਤੇ ਫਿਰ ਮੈਨੂੰ ਦੂਜੇ ਪਾਸੇ ਜਾਣ ਦੀ ਕੀ ਲੋੜ ਹੈ। ਨਾਮ ਰੰਗ ਇਹ ਮਨ ਤ੍ਰਿਪਤਾਨਾ, ਬਹੁਰ ਨਾ ਕਤਹੂੰ ਧਾਮੋ ਰੇ। ਪਰਮਾਤਮਾ ਦੇ ਨਾਮ ਦੇ ਨਾਲ ਜਦੋਂ ਮੈਂ ਤ੍ਰਿਪਤ ਹੋ ਗਿਆ, ਗੁਰੂ ਸਾਹਿਬ ਜੀ ਦੱਸ ਰਹੇ ਨੇ, ਉਪਦੇਸ਼ ਕਰ ਰਹੇ ਨੇ, ਸਾਨੂੰ ਵੀ ਸਮਝਾ ਰਹੇ ਨੇ, ਤੇ ਫਿਰ ਸਾਡੀ ਬਾਹਰ ਦੀ ਜਿਹੜੀ ਦੌੜ ਭੱਜ ਹੈ ਨਾ, ਇਹ ਮੁੜ ਕੇ ਨਹੀਂ ਹੋਵੇਗੀ, ਖਤਮ ਹੋ ਜਾਏਗੀ। ਬਹੁਰ ਨਾ ਕਤਹੂੰ ਧਾਮੋ ਰੇ। ਹੁਣ ਕਿਉਂ ਪਤਾ ਲੱਗ ਗਿਆ ਕਿ ਹਮਾਰਾ ਠਾਕੁਰ ਸਭ ਤੇ ਉੱਚਾ, ਮੇਰਾ ਜਿਹੜਾ ਮਾਲਕ ਹੈ ਉਹ ਸਭ ਤੋਂ ਵੱਡਾ ਹੈ, ਉੱਚਾ ਹੈ। ਰੈਣ ਦਿਨਸ ਤਿਸ ਗਾਵੋਂ ਰੇ। ਰੈਣ ਰਾਤ ਵੀ ਦਿਨ ਵੀ, ਭਾਵ ਕਿ ਹਰ ਵੇਲੇ ਮੈਂ ਉਸ ਮਾਲਕ ਦੇ ਗੁਣ ਗਾਉਂਦਾ ਹਾਂ, ਦੂਸਰੇ ਨੂੰ ਸੰਬੋਧਨ ਨਹੀਂ ਕੀਤਾ। ਦੂਜੇ ਨੂੰ ਜਿਵੇਂ ਆਪਾਂ ਕਹਿੰਦੇ ਵੀ ਗਾਓ, ਉਹ ਇਸ ਤਰ੍ਹਾਂ ਨਹੀਂ। ਇੱਥੇ ਇਹ ਅਰਥ ਹੈ ਕਿ ਮੈਂ ਰੈਣ ਤੇ ਦਿਨ, ਰਾਤ ਦਿਨ, ਹਰ ਵੇਲੇ ਹੀ ਮੈਂ ਉਸ ਮਾਲਕ ਨੂੰ ਯਾਦ ਕਰਦਾ, ਗਾਉਂਦਾ ਹਾਂ, ਤੇ ਜੋ ਮੰਗਦਾ ਉਹ ਮੈਨੂੰ ਮਿਲਦਾ ਹੈ। ਗੁਰੂ ਸਾਹਿਬ ਜੀ, ਧੰਨ ਗੁਰੂ ਰਾਮਦਾਸ ਜੀ ਦਾ ਬਚਨ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਕਾਮ ਧੇਨਾ ਜਿਹੜੀ ਕਾਮਨਾ ਪੂਰੀ ਕਰਨ ਵਾਲੀ ਮਨੌਤ ਹੈ ਕਿ ਗਊ ਹੈ ਜਿਹੜੀ, ਕੋਈ ਉਹਦੀ ਪੂਜਾ ਕਰੀ ਜਾਂਦਾ, ਕੋਈ ਕਿਸੇ ਦੀ ਕਰੀ ਜਾਂਦਾ। ਤੇ ਗੁਰੂ ਸਾਹਿਬ ਜੀ ਨੇ ਸਾਨੂੰ ਕਿਹਾ ਕਿ ਭਾਈ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ, ਸਾਰੇ ਸੁੱਖ ਦੇਣ ਵਾਲਾ, ਹਿਰਦੇ ਦੇ ਵਿੱਚ ਜਦੋਂ ਅਸੀਂ ਉਸ ਮਾਲਕ ਨੂੰ ਵੇਖ ਲਵਾਂਗੇ ਤੇ ਉਹ ਮਾਲਕ ਸਾਰੇ ਸੁੱਖ ਵੀ ਦੇਵੇਗਾ, ਸਾਡੀ ਕਾਮਨਾ ਵੀ, ਅੰਦਰ ਦੀ ਭਾਵਨਾ ਵੀ ਉਹ ਸੁਣੇਗਾ। ਮਨ ਚਿੰਦੇ ਫਲ ਸਾਨੂੰ ਪ੍ਰਾਪਤ ਹੋਣਗੇ। ਜਿਤੜੇ ਫਲ ਮਨ ਵਾਂਛੀਐ ਤਿਤੜੇ ਸਤਿਗੁਰ ਪਾਸ। ਜੋ ਚਾਹੁੰਦੇ ਉਹ ਮਿਲੇਗਾ, ਪਰ ਉਹਦੇ ਵਾਸਤੇ ਕਰਨਾ ਕੀ ਹੈ? ਇੱਕ ਤੇ ਭਰੋਸਾ, ਗੁਰੂ ਦਾ ਮਿਲਾਪ। ਗੁਰੂ ਤੋਂ ਬਗੈਰ ਹੋਰ ਕੋਈ ਸਾਡੇ ਮਨ ਵਿੱਚ, ਗੁਰੂ ਜਿੱਡਾ ਐਡਾ ਵੱਡਾ ਜਿੱਡਾ ਗੁਰੂ ਹੈ, ਅਸੀਂ ਹੋਰ ਕਿਸੇ ਪਾਸੇ ਨਹੀਂ ਜਾਣਾ। ਸਾਡਾ ਵਿਸ਼ਵਾਸ ਤੇ ਭਰੋਸਾ ਕੇਵਲ ਸ਼ਬਦ ਗੁਰੂ, ਬਾਣੀ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਉੱਪਰ ਹੋਣਾ ਚਾਹੀਦਾ। ਗੁਰ ਪੂਰਾ ਭੇਟਿਓ ਵਡ ਭਾਗੀ, ਮਨੇ ਭਇਆ ਪਰਗਾਸਾ, ਕੋਏ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਮੈਨੂੰ ਆਪਣੇ ਮਾਲਕ ਤੇ ਭਰੋਸਾ ਹੈ, ਮੈਂ ਆਪਣੇ ਸਤਿਗੁਰ ਤੋਂ ਸਦਕੇ ਜਾਣਾ। ਆਪਣੇ ਸਤਿਗੁਰ ਕੈ ਬਲਹਾਰੈ, ਆਗੈ ਸੁਖ ਪਾਸ਼ੈ ਸੁਖ ਸਹਿਜਾ, ਘਰ ਆਨੰਦ ਹਮਾਰੈ। ਜਦੋਂ ਗੁਰੂ ਸਵਾਰਿਓ ਆਪਾਂ ਉਸ ਨੂੰ, ਪਰਮਾਤਮਾ ਨੂੰ ਇਹ ਵੇਖ ਲਵਾਂਗੇ ਨਾ, ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਮਨ ਦੇ ਵਿੱਚ ਨਿਵਾਸ ਹੈ, ਭਗਤਾਂ ਦੇ ਮਨ ਵਿੱਚ ਵਸਦਾ ਹੈ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹੋ ਨਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਵਿਸਰਾਮ। ਇਹਦਾ ਟਿਕਾਣਾ ਕਿੱਥੇ ਹੈ? ਪਰਮਾਤਮਾ ਦਾ, ਭਗਤ ਜਨਾਂ ਦੇ। ਹੁਣ ਭਗਤ ਬਣਨਾ ਹੈ, ਜਨ ਬਣਨਾ ਹੈ, ਸੇਵਕ ਬਣਨਾ ਹੈ, ਤੇ ਗੁਰੂ ਦੀ ਮੱਤ ਨੂੰ ਧਾਰਨ ਕਰਨਾ ਪਵੇਗਾ। ਪਰਮਾਤਮਾ ਵਾਹਿਗੁਰੂ ਸਾਡੇ ਅੰਗ ਸੰਗ ਹੈ, ਬਸ ਉਸ ਨੂੰ ਯਾਦ ਕਰਨਾ ਹੈ, ਗੁਰੂ ਦੀ ਮੱਤ ਤੇ ਚੱਲ ਕੇ। ਫਿਰ ਗੁਰ ਪ੍ਰਸਾਦ ਕਿਨੇ ਵਿਰਲੇ ਜਾਣਾ, ਗੁਰੂ ਦੀ ਕਿਰਪਾ ਜਿਹਦੇ ਉੱਤੇ ਹੋ ਜਾਂਦੀ, ਕਿਸੇ ਵਿਰਲੇ ਨੇ ਹੀ ਇਸ ਗੱਲ ਨੂੰ ਜਾੜਿਆ ਹੈ। ਹੈਨ ਵਿਰਲੇ ਨਾਹੀ ਕਣੇ, ਹੈਲ ਫੱਕੜ ਸੰਸਾਰ, ਕਹਿਣ ਕਹਾਵਨ ਕਹੋ ਕਈ ਕੇਤੇ। ਕਹਿਣ ਨੂੰ ਤੇ ਮੇਰੇ ਵਰਗੇ ਸਾਰੇ ਕਹਿੰਦੇ ਨੇ, ਜ਼ਬਾਨੀ ਤੇ ਸਾਰੇ ਨਾਮ ਜਪਦੇ, ਬਾਣੀ ਵੀ ਪੜ੍ਹਦੇ ਆ, ਪਰ ਜਿਹੜਾ ਅੰਦਰ ਦਾ ਅਹੰਕਾਰ ਹੈ, ਅੰਦਰ ਜਿਹੜਾ ਮਨ ਹੈ, ਉਹ ਟਿਕਦਾ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ, ਐਸੋ ਜਨ ਬਿਰਲੋ ਹੈ ਸੇਵਕ, ਜੋ ਤਤ ਜੋਗ ਕੋ ਬੇਤੈ। ਐਸੋ ਜਨ, ਐਸੇ ਜਨ ਪਰਮਾਤਮਾ ਦੇ ਬਿਰਲੇ ਹੀ ਸੇਵਕ ਹਨ, ਜਿਨ੍ਹਾਂ ਨੇ ਪਰਮਾਤਮਾ ਦੇ ਮਿਲਾਪ ਨੂੰ ਮਾਣਿਆ, ਆਤਮਿਕ ਆਨੰਦ ਦੇ ਵਿੱਚ ਉਹ ਚਲੇ ਗਏ। ਉਹ ਵਿਰਲੇ ਨੇ। ਉਸ ਜਗ੍ਹਾ ਤੇ, ਉਸ ਅਵਸਥਾ ਤੇ ਪਹੁੰਚ ਕੇ ਨਾ, ਫਿਰ ਉੱਥੇ ਕੋਈ ਦੁੱਖ ਨਹੀਂ ਪਾਉਂਦਾ, ਉੱਥੇ ਕੋਈ ਬੁਰਾ ਨਹੀਂ ਲੱਗਦਾ,
ਜਿਵੇਂ ਸਾਡੇ ਅੰਦਰ ਮੇਰ ਤੇਰ ਦੀ ਭਾਵਨਾ ਹੈ, ਅਸੀਂ ਆਨੇ ਇਹ ਮੇਰਾ ਹੈ, ਇਹ ਫਲਾਨਾ ਹੈ, ਦੂਸਰੇ ਦੇ ਔਗਣਾਂ ਨੂੰ ਚਿਤਾਰਦੇ ਹਾਂ, ਦੂਜੇ ਨੂੰ ਬੁਰਾ ਕਹਿੰਦੇ ਹਾਂ। ਫਿਰ ਉਸ ਅਵਸਥਾ 'ਤੇ ਪਹੁੰਚ ਕੇ ਕੋਈ ਮਾੜਾ ਨਹੀਂ ਹੈ, ਸਭ ਬਰਾਬਰ ਨੇ, ਸਭ ਚੰਗੇ ਨੇ। ਸਗੋਂ ਉਹਦੀ ਅਵਸਥਾ ਇੰਨੀ ਉੱਚੀ ਚਲੇ ਜਾਂਦੀ ਹੈ ਕਿ ਉਹ ਸਾਰਿਆਂ ਨੂੰ ਆਪਣੇ ਆਪ ਤੋਂ ਮਾੜਾ ਸਮਝਦਾ ਹੈ, ਮੈਨੂੰ ਛੱਡ ਕੇ ਸਾਰੇ ਉਹ ਚੰਗੇ ਨੇ। ਇਹ ਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਏਕੈ ਏਕੀ ਨੇਤੈ। ਉੱਥੇ ਦੁੱਖ ਨਹੀਂ ਹੈ, ਉੱਥੇ ਸਦੀਵੀ ਸੁੱਖ ਹੈ। ਏਕੈ ਏਕੀ ਨੇਤੇ ਤੋਂ ਭਾਵ ਹੈ ਕਿ ਨੇਤਰਾਂ ਦੇ ਨਾਲ ਉਹ ਜਦੋਂ ਉਹਦੀ ਉੱਚੀ ਅਵਸਥਾ ਹੋ ਜਾਂਦੀ ਹੈ, ਸਾਰਿਆਂ ਨੂੰ ਇੱਕ ਅੱਖ ਨਾਲ ਵੇਖਦਾ ਹੈ, ਸਾਰਿਆਂ ਦੇ ਨਾਲ ਉਹ ਬਰਾਬਰ ਦਾ, ਸਾਰਿਆਂ ਦੇ ਨਾਲ ਉਹ ਇੱਕੋ ਜਿਹਾ ਵਰਤਾਰਾ ਕਰਦਾ ਹੈ, ਕਿਸੇ ਦੇ ਨਾਲ ਮੇਰ ਤੇਰ ਦੀ ਭਾਵਨਾ ਨਹੀਂ। ਉਸ ਅਵਸਥਾ 'ਤੇ ਜਾ ਕੇ ਦੁੱਖ ਨਹੀਂ ਪਾਉਂਦਾ, ਉੱਥੇ ਆਤਮਿਕ ਸੁੱਖ ਹੈ। ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤਾ। ਉੱਥੇ ਕੋਈ ਮਾੜਾ ਨਹੀਂ ਹੈ, ਕੋਈ ਮਨੁੱਖ ਬੁਰਾ ਨਹੀਂ ਹੈ, ਸਾਰੇ ਚੰਗੇ ਨੇ। ਉਸ ਜਗ੍ਹਾ 'ਤੇ ਜਾ ਕੇ ਫਿਰ ਕਦੇ ਵੀ ਉਸ ਮਨੁੱਖ ਦੀ ਹਾਰ ਨਹੀਂ ਹੁੰਦੀ, ਸਦਾ ਉਹ ਜਿੱਤ ਹੈ, ਉਹਨੂੰ ਲਾਹ ਪ੍ਰਾਪਤ ਹੁੰਦਾ ਹੈ, ਉਹਦੇ ਉੱਚੇ ਪਰਮ ਪਦ ਦੀ ਅਵਸਥਾ ਹੈ, ਉਹਨੂੰ ਕੋਈ ਮਾੜਾ ਨਹੀਂ ਕਹਿੰਦਾ। ਉਸ ਜਗ੍ਹਾ 'ਤੇ ਪਹੁੰਚ ਕੇ ਉੱਥੇ ਫਿਰ ਕਦੀ ਵੀ ਗਮੀ ਨਹੀਂ ਹੈ, ਸਦਾ ਹੀ ਖੁਸ਼ੀ ਹੈ, ਆਤਮਿਕ ਆਨੰਦ ਹੈ, ਆਤਮਿਕ ਖੇੜਾ ਹੈ। ਸੋਗ ਨਾਹੀ ਸਦਾ ਹਰਖੀ ਹੈ ਰੇ, ਛੋੜ ਨਾਹੀ ਕਿਛ ਲੇਤੈ। ਸੋਗ ਨਹੀਂ, ਉੱਥੇ ਦੁੱਖ ਨਹੀਂ ਹੈ, ਉੱਥੇ ਗਮੀ ਨਹੀਂ ਹੈ, ਸਦਾ ਹਮੇਸ਼ਾ ਆਨੰਦ ਹੈ। ਅੱਜ ਗੁਰੂ ਸਾਹਿਬ ਜੀ ਨੇ ਇਹੀ ਸਾਨੂੰ ਉਪਦੇਸ਼ ਦਿੱਤਾ ਹੈ। ਜਦੋਂ ਉਹ ਪਰਮਾਤਮਾ ਦਾ ਟਿਕਾਣਾ ਸਾਨੂੰ ਪਤਾ ਲੱਗ ਜਾਏਗਾ ਨਾ ਕਿ ਪਰਮਾਤਮਾ ਸਾਡੇ ਅੰਦਰ ਹੈ, ਤੇ ਸਾਡੇ ਅੰਦਰ ਹੁੰਦਿਆਂ ਹੋਇਆਂ ਫਿਰ ਇਹ ਵੀ ਪਤਾ ਲੱਗੇ ਜੇ ਮੇਰੇ ਨਾਲ ਹੈ ਤੇ ਫਿਰ ਉਹ ਸਾਰਿਆਂ ਦੇ ਨਾਲ ਹੈ, ਫਿਰ ਕਿਸੇ ਦੇ ਨਾਲ ਬੁਰਾ ਨਹੀਂ। ਸੋਗ ਨਾਹੀ ਸਦਾ ਹਰਖੀ ਹੈ ਰੇ, ਛੋੜ ਨਾਹੀ ਕਿਛ ਲੇਤੈ। ਫਿਰ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਕਿਸੇ ਦਾ ਹੋਰ ਆਸਰਾ ਨਹੀਂ ਲੈਂਦੇ, ਉਹਨਾਂ ਦੀ ਐਡੀ ਉੱਚੀ ਅਵਸਥਾ ਪਹੁੰਚ ਜਾਂਦੀ ਹੈ। ਅਸੀਂ ਤੇ ਥੋੜ੍ਹਾ ਜਿਹਾ ਕੋਈ ਗਮੀ ਆਉਂਦੀ ਹੈ, ਥੋੜ੍ਹਾ ਜਿਹਾ ਕੋਈ ਦੁੱਖ ਤਕਲੀਫ ਹੁੰਦਾ ਹੈ ਤੇ ਕਹਿੰਦੇ ਗੁਰੂ ਕੋਲ ਗਏ ਸੀ ਜੀ, ਗੁਰੂ ਨੇ ਸਾਡੀ ਸੁਣੀ ਨਹੀਂ, ਫਿਰ ਹੋਰ ਕੋਈ ਟਿਕਾਣਾ ਲੱਭਦੇ। ਭਾਵ ਕਿ ਸਗੋਂ ਗੁਰੂ ਨਾਲੋਂ ਟੁੱਟ ਕੇ ਅਸੀਂ ਭਟਕਣਾ ਵਿੱਚ ਪੈ ਗਏ। ਤੇ ਗੁਰੂ ਸਾਹਿਬ ਜੀ ਨੇ ਪਤਾ ਬਚਨ ਕੀ ਕੀਤਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ। ਬਿਨਾਂ ਸਤਿਗੁਰ ਤੋਂ ਫਿਰ ਦੁਖੀ ਹੋਵਾਂਗੇ, ਬਹੁਤ ਦੁੱਖ ਲੱਗੇਗਾ, ਹਰ ਸਮੇਂ ਹੀ ਭਟਕਣਾ ਵਿੱਚ ਪਏ ਰਵਾਂਗੇ, ਜਿੰਨਾ ਮਰਜ਼ੀ ਫਿਰ ਭੱਜ ਲਈਏ। ਜੁਗ ਚਾਰੇ ਭਰਮਾਈ ਤੋਂ ਭਾਵ ਹਰ ਸਮੇਂ ਉਹ ਭਟਕਣਾ ਵਿੱਚ ਪਿਆ ਰਹੇਗਾ। ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦੇ ਦੇਹ ਬਜਾਈ। ਇਹ ਵਚਨ ਸੀ ਕਿ ਅਸੀਂ ਦੀਨ ਹਾਂ, ਅਸੀਂ ਤੇਰੇ ਦਰ 'ਤੇ ਆਏ ਹਾਂ, ਸਾਨੂੰ ਗੁਰੂ ਦੀ ਮੱਤ ਆ ਜਾਵੇ। ਸ਼ਬਦੇ ਦੇ ਬਜਾਈ, ਮਾਲਕ ਜੀ ਤੁਸੀਂ ਕਿਰਪਾ ਕਰੋ, ਹਰ ਜੀਓ ਕਿਰਪਾ ਕਰੋ, ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਸਤਿਗੁਰ ਦਾਤੇ ਦਾ ਮਿਲਾਪ ਕਰਵਾ ਦੇਵੋ ਤਾਂ ਕਿ ਹੇ ਪਰਮਾਤਮਾ ਤੇਰਾ ਨਾਮ ਮੈਨੂੰ ਗੁਰੂ ਦੇ ਪਾਸੋਂ ਪ੍ਰਾਪਤ ਹੋ ਜਾਵੇ, ਤੇ ਮੇਰਾ ਜਿਹੜਾ ਇਹ ਨਾਮ ਹੈ ਤੇਰਾ, ਇਹ ਮੇਰੇ ਪ੍ਰਾਣਾਂ ਦਾ ਆਸਰਾ ਹੈ। ਆ ਜਿਹੜੇ ਸਾਡੇ ਅੰਦਰ ਪ੍ਰਾਣ ਚੱਲ ਰਹੇ ਨਾ, ਇਹ ਸਵਾਸ ਲੈ ਰਹੇ, ਇਹ ਉਹਦੇ ਸਹਾਰੇ ਆ, ਅਸੀਂ ਉਹਦੇ ਬੱਚੇ ਹਾਂ, ਇਹ ਅਸੀਂ ਉਹਦੇ ਸਹਾਰੇ ਤੁਰ ਫਿਰ ਰਹੇ ਹਾਂ, ਬੋਲ ਰਹੇ ਹਾਂ। ਇਸ ਕਰਕੇ ਪਰਮਾਤਮਾ ਸਾਡੇ ਅੰਦਰ ਹੈ, ਕਿਉਂਕਿ ਪਰਮਾਤਮਾ ਇੱਕ ਜਗ੍ਹਾ 'ਤੇ ਨਹੀਂ ਹੈ, ਪਰਮਾਤਮਾ ਸਾਰੀਆਂ ਥਾਵਾਂ 'ਤੇ ਹੈ। ਪਰ ਉਦੋਂ ਪਤਾ ਲੱਗੇਗਾ ਜਦੋਂ ਅਸੀਂ ਉਹਦਾ ਨਿਵਾਸ ਆਪਣੇ ਅੰਦਰ ਵੇਖ ਲਵਾਂਗੇ, ਆਪਣੇ ਹਿਰਦੇ ਵਿੱਚ ਉਸ ਨੂੰ ਵਸਾ ਲਵਾਂਗੇ। ਸਤਿਗੁਰ ਅੱਗੇ ਬਚਨ ਕਰਦੇ ਨੇ, ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਜਿਸੈ ਪ੍ਰਾਪਤ ਤਿਸ ਲੈ ਪੁੰਚਾ ਰਹਾਓ। ਅਨਹਤ ਬਾਣੀ ਥਾਨ ਨਿਰਾਲਾ, ਤਾਂ ਕਿ ਧੁਨ ਮੋਹੇ ਗੋਪਾਲਾ। ਜੋ ਅੱਜ ਦਾ ਪਾਵਨ ਬਚਨ ਅਨਹਤ ਤੋਂ ਭਾਵ ਹੈ ਇੱਕ ਰਸ। ਜਦੋਂ ਗੁਰੂ ਕੀ ਬਾਣੀ ਸਾਡੇ ਹਿਰਦੇ ਵਿੱਚ ਵਸੇਗੀ ਨਾ, ਤੇ ਇੱਕ ਰਸ ਲਗਾਤਾਰ ਅਨਹਤ ਬਾਣੀ, ਪਰਮਾਤਮਾ ਦੀ ਬਾਣੀ, ਇਹ ਸਿਫਤ ਸਲਾਹ ਜਿਹੜੀ ਹੈ, ਇਹਦੇ ਜਿਹੜੇ ਚਸ਼ਮੇ ਨੇ ਉਹ ਸਾਡੇ ਹਿਰਦੇ ਵਿੱਚ, ਜਦੋਂ ਇਹ ਲਗਾਤਾਰ ਇੱਕ ਰਸ ਬਾਣੀ ਦਾ ਪ੍ਰਵਾਹ ਚੱਲੇਗਾ, ਬਾਣੀ ਨੂੰ ਗਾਵਾਂਗੇ, ਐਡਾ ਵੱਡਾ ਸਾਡੇ ਕੋਲ ਖਜ਼ਾਨਾ ਹੈ ਨਾ ਗੁਰੂ ਸਵਾਰਿਓ। ਐਡੇ ਵੱਡੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਹੜੇ ਤਖਤ 'ਤੇ ਸੁਭਾਏਮਾਨ ਹੈ, ਜਿਹਦੀ ਸੰਗਤ ਵਿੱਚ ਅਸੀਂ ਰੋਜ਼ਾਨਾ ਜੁੜਦੇ ਹਾਂ, ਬੈਠਦੇ ਹਾਂ, ਸਾਡੇ ਚੰਗੇ ਭਾਗ ਨੇ।
ਕਿਤੇ ਇਸ ਖਜ਼ਾਨੇ ਨੂੰ ਖੋਲ੍ਹ ਕੇ ਤੇ ਵੇਖੀਏ, ਦਰਸ਼ਨ ਤੇ ਕਰੀਏ। ਗੁਰੂ ਸਾਹਿਬ ਜੀ ਦਾ ਬਚਨ ਹੈ, ਹਮ ਧਨਵੰਤ ਭਾਗਟ ਸਚ ਨਾਏ। ਅਸੀਂ ਤੇ ਧਨਵੰਤ ਹਾਂ, ਧਨਾੜ ਹਾਂ, ਸਾਡੇ ਚੰਗੇ ਭਾਗ ਹੈ। ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਨੂੰ ਤੇ ਕਦੀ ਅਸੀਂ ਭੁੱਲੀਏ ਹੀ ਨਾ। ਇੰਨਾ ਵੱਡਾ ਖਜ਼ਾਨਾ ਸਾਡੇ ਕੋਲ। ਹਰ ਗੁਣ ਗਾਵੈ ਸਹਿਜ ਸੁਭਾਏ। ਹਰੀ ਦੇ ਗੁਣ ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਗੁਰ ਕੀ ਬਾਣੀ ਸਿਉ ਰੰਗ ਲਾਏ, ਗੁਰੂ ਦੀ ਬਾਣੀ ਅਨੁਸਾਰ ਚੱਲ ਪਏ, ਬਾਣੀ ਨੂੰ ਕੰਠ ਕਰ ਲਿਆ, ਬਾਣੀ ਨੂੰ ਹਿਰਦੇ ਵਿੱਚ ਵਸਾ ਲਿਆ, ਤੇ ਫਿਰ ਭਾਈ ਹਰ ਗੁਣ ਗਾਵੈ ਸਹਿਜ ਸੁਭਾਏ। ਹਰੀ ਦੇ ਗੁਣ ਸੁੱਤੇ ਸੇਧੀ ਸਹਿਜ ਪਾਏ। ਉੱਠਦਿਆਂ ਬਹਿੰਦਿਆਂ ਜਦੋਂ ਸਾਡੇ ਰਸਨਾ ਤੇ ਗੁਰੂ ਕੀ ਬਾਣੀ, ਗੁਰੂ ਦਾ ਸ਼ਬਦ ਵਸ ਜਾਏਗਾ ਨਾ, ਤੇ ਫਿਰ ਪਰਮਾਤਮਾ ਨਹੀਂ ਭੁੱਲੇਗਾ। ਹੋਰ ਕੁਝ ਤੇ ਭਾਵੇਂ ਭੁੱਲ ਜਾਵੇ, ਪਰਮਾਤਮਾ ਨਹੀਂ ਭੁੱਲੇਗਾ। ਪਰ ਉਸ ਤੱਕ ਜਾਣਾ ਜਿਹੜਾ ਹੈ ਜ਼ਰੂਰੀ ਹੈ। ਹਰ ਗੁਣ ਗਾਵੈ ਸਹਿਜ ਸੁਭਾਏ, ਪੀਊ ਦਾਦੇ ਕਾ ਖੋਲ ਡਿਠਾ ਖਜ਼ਾਨਾ। ਪੀਊ ਦਾਦੇ ਕਾ ਭਾਵ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਉਹਨਾਂ ਦਾ ਖਜ਼ਾਨਾ, ਉਹਨਾਂ ਦੀ ਪਾਵਨ ਬਾਣੀ, ਉਹਨਾਂ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਈ ਸੱਚੀ ਬਾਣੀ, ਸਦਾ ਕਾਇਮ ਰਹਿਣ ਵਾਲਾ ਸਤਿਗੁਰੂ। ਇਹ ਖੋਲ ਕੇ ਖਜ਼ਾਨਾ ਜਦੋਂ ਵੇਖਿਆ, ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਮੇਰੇ ਮਨ ਦੇ ਵਿੱਚ ਉਹ ਖਜ਼ਾਨਾ, ਨਿਧਾਨਾ ਜਿਹੜਾ ਹੈ ਪਰਮਾਤਮਾ ਦਾ ਨਾਮ, ਉਹ ਵਸ ਗਿਆ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਨੌ ਨਿਧ, ਨੌ ਖਜ਼ਾਨੇ, ਅੰਮ੍ਰਿਤ ਪਰਮਾਤਮਾ ਦਾ ਇਹ ਨਾਮ ਹੈ, ਇਹਦੇ ਵਿੱਚ ਵਿਸਰਾਮ, ਹਿਰਦੇ ਵਿੱਚ ਇਸ ਨੂੰ ਟਿਕਾ ਲਿਆ, ਤੇ ਫਿਰ ਭਾਈ ਉਹਦਾ ਜੀਵਨ ਬਦਲ ਗਿਆ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਇਹ ਭੰਡਾਰ ਜਿਹੜਾ ਭਰਿਆ ਪਿਆ ਅਖੁੱਟ ਹੈ, ਇਹਨੂੰ ਤੋਲਿਆ ਨਾਪਿਆ ਨਹੀਂ ਜਾ ਸਕਦਾ। ਰਤਨ ਜਵਾਹਰ ਲਾਲ ਸ਼ੁਭ ਗੁਣ ਐਸੇ ਹੀਰੇ, ਐਸੇ ਜਦੋਂ ਗੁਣ ਸ਼ੁਭ ਗੁਣ ਜਿਹੜੇ ਨੇ ਇਹ ਸਾਡੀ ਮੱਤ ਵਿੱਚ, ਇਹ ਸਿੱਖਿਆ ਗੁਰੂ ਦੀ ਸੁਣ ਕੇ ਜਦੋਂ ਇਹ ਉਤਪੰਨ ਹੋ ਜਾਣਗੇ, ਸਾਨੂੰ ਗੁਰੂ ਦੀ ਮੱਤ ਆ ਜਾਏਗੀ। ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹੜਾ ਸਾਰਿਆਂ ਜੀਵਾਂ ਦਾ ਇੱਕ ਮਾਲਕ ਹੈ ਨਾ, ਮੇਰੇ ਤੇ ਕਿਰਪਾ ਕਰੀ ਸਤਿਗੁਰੂ ਜੀ, ਮੈਨੂੰ ਵੀ ਇਹ ਸੋਝੀ ਦੇ ਕਿ ਕਦੀ ਵੀ ਮੈਨੂੰ ਉਹ ਪਰਮਾਤਮਾ ਭੁੱਲੇ ਨਾ, ਵਿਸਰੇ ਨਾ, ਮੈਂ ਉਹਨੂੰ ਕਦੇ ਵੀ ਵਿਸਾਰਾਂ ਨਾ, ਮੇਰੇ ਤੇ ਇਹ ਕਿਰਪਾ ਕਰੀ। ਇਹ ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੈ ਰਲ ਮਿਲ ਭਾਈ। ਰਲ ਮਿਲ ਕੇ ਭਾਈ ਆਓ, ਇਹਨੂੰ ਖਾਈਏ, ਗੁਰੂ ਦੇ ਬਚਨਾਂ ਨੂੰ ਗ੍ਰਹਿਣ ਕਰੀਏ, ਖਰਚੀਏ, ਹੋਰਾਂ ਨੂੰ ਵੀ ਉਪਦੇਸ਼, ਗੁਰੂ ਜੀ ਦਾ ਉਪਦੇਸ਼, ਸਿੱਖਿਆ ਜਿਹੜੀ ਹੈ, ਕਿਉਂਕਿ ਆਪਣੀ ਮੱਤ ਅਨੁਸਾਰ ਨਹੀਂ, ਗੁਰੂ ਦੀ ਮੱਤ ਅਨੁਸਾਰ। ਗੁਰੂ ਦੀ ਮੱਤ ਜਿਹੜੀ ਹੈ ਨਾ, ਗੁਰੂ ਦਾ ਉਪਦੇਸ਼ ਜਿਹੜਾ ਹੈ, ਇਹ ਦੂਸਰੇ ਨੂੰ ਸਰਵਣ ਕਰਾਉਣਾ ਹੈ। ਗੁਰੂ ਬੋਲਦਾ ਹੈ। ਮੈਂ ਤਾਂ ਕਈ ਵਾਰ ਕਹਿੰਦਾ ਹੁੰਦਾ ਕਿ ਇਹ ਜਿਹੜੀ ਬਾਣੀ ਹੈ ਨਾ, ਇਹ ਹਰੀ ਦੀ ਜਿਹੜੀ ਕਥਾ ਹੈ, ਇਹ ਸਾਨੂੰ ਕੋਈ ਨਹੀਂ ਸੁਣਾ ਸਕਦਾ। ਆਪ ਸੁਣਿਆ ਕਰੋ, ਆਪ ਗੁਰੂ ਦੀ ਹਜ਼ੂਰੀ ਵਿੱਚ ਬੈਠਿਆ ਕਰੋ, ਗੁਰੂ ਦੀ ਚਰਣੀ ਲੱਗੋ, ਖੁਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਿਆ ਕਰੋ, ਦਰਸ਼ਨ ਕਰਿਆ ਕਰੋ, ਤੇ ਤਾਂ ਕਿ ਸਾਨੂੰ ਆਪ ਸੁੱਧੇ ਸਿੱਧ ਹੀ ਅਸੀਂ ਗੁਰੂ ਦੇ ਜਦੋਂ ਦਰਸ਼ਨ ਕਰਾਂਗੇ, ਬਾਣੀ ਪੜ੍ਹਾਂਗੇ, ਤੇ ਗੁਰੂ ਜਿਹੜਾ ਹਰੀ ਦੀਆਂ ਕਥਾ ਕਹਾਣੀਆਂ ਸੁਣਾਉਂਦਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਹਾਰੀ ਗੁਰ ਆਪਣੇ, ਗੁਰ ਕਉ ਬਲ ਜਾਈਆਂ। ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਤਿਸ ਗੁਰ ਕਉ ਹੋਂ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਆਪਣੇ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ, ਬਲਹਾਰ ਜਾਈਏ। ਕਿਉਂ? ਜਿਸ ਗੁਰੂ ਨੇ ਪਰਮਾਤਮਾ ਦੀ ਸਿਫਤ ਸਲਾਹ ਸਾਨੂੰ ਸਰਵਣ ਕਰਵਾਈ। ਤਿਸ ਗੁਰ ਕਉ ਹੋਂ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਤਿਸ ਗੁਰ ਕੈ ਸਦ ਬਲਹਾਰਣੈ, ਜਿਨ ਹਰ ਸੇਵਾ ਬਣਤ ਬਣਾਈ। ਐਸੇ ਸਤਿਗੁਰ ਤੋਂ ਸਦਾ ਕੁਰਬਾਨ ਜਾਈਏ, ਸਦਕੇ ਜਾਈਏ, ਬਲਹਾਰ ਜਾਈਏ, ਜਿਸ ਗੁਰੂ ਨੇ ਪਰਮਾਤਮਾ ਦਾ ਨਾਮ ਸਿਮਰਨ ਦੀ ਬਣਤ ਬਣਾਈ, ਤੋਂ ਭਾਵ ਮਰਜ਼ਾਦਾ ਬੰਨੀ ਹੈ। ਨਾਮ ਜਪਣਾ, ਸਿਮਰਨ ਕਰਨਾ ਹੈ।
ਕਿਸੇ ਵਿਅਕਤੀ ਦੀ ਉਸਤਤ ਨਹੀਂ ਕਰਨੀ, ਉਸਤਤ ਕਰਨੀ ਹੈ ਤੇ ਨਿਰੰਕਾਰ ਦੀ, ਅਕਾਲ ਪੁਰਖ ਦੀ ਉਸਤਤ ਮਨ ਦੇ ਵਿੱਚ ਕਰਨੀ ਹੈ, ਕਿਸੇ ਨੂੰ ਸੁਣਾਉਣੀ ਨਹੀਂ ਆ। ਬਹੁਤਾ ਤੇ ਅਸੀਂ ਇਹੀ ਦੱਸਦੇ ਹਾਂ ਵੀ ਮੈਂ ਇੰਨੇ ਪਾਠ ਕਰ ਲਏ, ਦੂਸਰੇ ਨੂੰ ਦੱਸਣ ਦੀ ਕੀ ਲੋੜ ਹੈ। ਚੰਗਾ ਹੈ ਕੀਤੇ ਹੈ ਤੇ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ। ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਇਹ ਅੰਮ੍ਰਿਤਮਈ ਬਾਣੀ ਜਿਹੜੀ ਹੈ, ਇਹਦੇ ਨਾਲ ਹਿਰਦੇ ਵਿੱਚ ਵਸ ਗਈ ਨਾ ਤੇ ਫਿਰ ਸਾਡਾ ਜੀਵਨ ਬਦਲ ਜਾਏ। ਮਨ ਦੇ ਵਿੱਚ ਅੰਮ੍ਰਿਤਮਈ ਬਾਣੀ ਨੂੰ ਵਸਾਉਣਾ ਹੈ। ਭਰੇ ਭੰਡਾਰ ਅਖੂਟ ਅਤੋਲ ਖਾਵੇਂ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਤੋਂ ਜਾਈ। ਇਹਦੇ 'ਚ ਕੋਈ ਘਾਟਾ ਨਹੀਂ ਪੈਂਦਾ। ਕਿਸੇ ਨੂੰ ਗੁਰੂ ਦਾ ਉਪਦੇਸ਼ ਸਰਵਣ ਕਰਵਾਉਣ ਦੇ ਨਾਲ, ਬਾਣੀ ਸਰਵਣ ਕਰਵਾਉਣ ਦੇ ਨਾਲ ਆਪ ਹੀ ਆ ਬੈਠ ਕਿਹੜੀਆਂ ਗੱਲਾਂ ਵਿੱਚ ਪਿਆ, ਆ ਗੁਰੂ ਦੀ ਕੋਈ ਗੱਲ ਕਰੀਏ, ਗੁਰੂ ਹਰੀ ਦੀ ਕਥਾ ਸੁਣਾਉਂਦਾ ਹੈ, ਆ ਸੁਣੀਏ ਗੁਰੂ ਕੋਲੋਂ। ਇਹ ਮਰਜ਼ਾਦਾ ਜਿਹੜੀ ਹੈ ਨਾ, ਇਹ ਸਤਿਗੁਰੂ ਜੀ ਨੇ ਬੰਨੀ ਹੈ, ਨਾਮ ਸਿਮਰਨ ਵਾਲੀ, ਨਾਮ ਜਪਣਾ। ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਪਾਵਨ ਪੜ੍ਹਦੇ ਹਾਂ ਨਾ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਜਿੱਥੇ ਗੁਰੂ ਸਾਹਿਬ ਜੀ ਮਹਾਰਾਜ ਚਰਨ ਪਾਉਂਦੇ ਨੇ ਉਹ ਸਥਾਨ ਪੂਜਾ ਬਣ ਗਿਆ, ਉਹ ਧਰਮਸ਼ਾਲਾ ਬਣ ਗਈ। ਉੱਥੇ ਫਿਰ ਗੁਰੂ ਸਾਹਿਬ ਜੀ ਦਾ ਬਚਨ ਕੀ ਹੁੰਦਾ ਸੀ ਭਈ ਭਾਈ 2 ਵਕਤ ਇੱਥੇ ਤੁਸੀਂ ਇਕੱਤਰ ਹੋਣਾ ਹੈ, ਘੱਟੋ ਘੱਟ 2 ਵਕਤ, ਸਵੇਰ ਵੇਲੇ ਸ਼ਾਮ ਵੇਲੇ। ਇਸ ਸਥਾਨ 'ਤੇ ਇਸ ਜਗ੍ਹਾ 'ਤੇ ਹੁਣ ਧਰਮਸ਼ਾਲਾ ਤਿਆਰ ਕਰੋ। ਤੇ ਨਾਮ ਕਿਹਦਾ ਜਪਣਾ ਹੈ? ਇਹ ਗੁਰੂ ਸਾਹਿਬ ਜੀ ਨੇ ਇਹ ਨਹੀਂ ਆਖਿਆ ਕਿ ਮੇਰਾ ਨਾਮ ਲੈਣਾ। ਗੁਰੂ ਸਾਹਿਬ ਜੀ ਨੇ ਕਿਹਾ ਪਰਮਾਤਮਾ ਦੀ ਉਸਤਤ ਕਰਨੀ ਹੈ, ਉਹਦੇ ਗੁਣ ਗਾਉਣੇ ਨੇ। ਇਕੱਤਰ ਹੋਵੋ ਤੇ ਉਸ ਮਾਲਕ ਦੀ ਸਿਫਤ ਕਰੋ। ਉਹ ਭੁੱਲੀ ਹੋਈ ਹੈ, ਉਹ ਵਿਸਰਿਆ ਹੋਇਆ। ਤੂੰ ਵਿਸਰੇ ਤਾਂ ਸਭ ਕੋ ਲਾਗੂ, ਚੀਤ ਆਵੇਂ ਤਾਂ ਸੇਵਾ, ਅਵਰ ਨਾ ਕੋ ਦੂਜਾ ਸੂਝੇ ਸਾਚੇ ਅਲਖ ਅਪੇਵਾ। ਸਿਮਰਨਾ ਪਏਗਾ। ਫਿਰ ਇਹ ਜਿਹੜਾ ਮਨ ਹੈ ਨਾ, ਜਿਹੜਾ ਪ੍ਰਭੂ ਦਾ ਟਿਕਾਣਾ, ਇਹ ਸਾਨੂੰ ਸਮਝ ਪੈ ਜਾਏਗੀ ਜੋ ਅੱਜ ਸਤਿਗੁਰੂ ਜੀ ਸਮਝਾ ਰਹੇ ਨੇ। ਅਨਹਤ ਬਾਣੀ ਥਾਨ ਨਿਰਾਲਾ, ਤਾਂ ਕਿ ਧੁਨ ਮੋਹੇ ਗੋਪਾਲਾ। ਅਨਹਤ ਤੋਂ ਭਾਵ ਇੱਕ ਰਸ, ਜਿਹੜੀ ਪਰਮਾਤਮਾ ਦੀ ਸਿਫਤ ਸਲਾਹ ਜਿਹੜੀ ਜਿਸ ਦੇ ਹਿਰਦੇ ਘਰ ਵਿੱਚ ਵਸ ਗਈ, ਗੁਰੂ ਕਦੀ ਭੁੱਲਿਆ ਨਾ, ਤੇ ਬਾਣੀ ਵਸ ਗਈ ਨਾ, ਉਹ ਥਾਂ ਸੋਹਣਾ ਬਣ ਜਾਏਗਾ। ਆਪਾਂ ਬਾਹਰੀ ਤੌਰ 'ਤੇ ਸਤਿਗੁਰੂ ਜੀ ਦਾ ਬਚਨ ਪੜ੍ਹਦੇ ਹਾਂ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧਰਤੀ ਉਹ ਸੁਹਾਵਣੀ ਆ। ਇਹ ਗੁਰਦੁਆਰਾ ਬੰਗਲਾ ਸਾਹਿਬ, ਇੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਪਏ, ਇਹ ਧਰਤੀ ਸੁਹਾਵਣੀ ਹੋ ਗਈ। ਹੁਣ ਇੱਥੇ ਗੁਰੂ ਕੀਆਂ ਪਿਆਰੀਆਂ ਸਿੱਖ ਸੰਗਤਾਂ ਆਉਂਦੀਆਂ ਨੇ। ਇਹ ਜੰਤ ਭਏ ਹਰਿਆਵਲੇ, ਜਿਨੇ ਮੇਰਾ ਸਤਿਗੁਰ ਦੇਖਿਆ ਜਾਏ, ਜਿਨ੍ਹਾਂ ਨੇ ਮੇਰੇ ਸਤਿਗੁਰ ਦੇ ਦਰਸ਼ਨ ਕੀਤੇ ਨੇ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੇ ਡਿਠਾ, ਤਿਨਾ ਲਏ ਛਡਾਏ। ਹੁਣ ਸਤਿਗੁਰੂ ਜੀ ਦਾ ਬਚਨ ਜਿਹੜਾ ਹੈ ਨਾ, ਉਹ ਸਾਡੇ ਹਿਰਦੇ ਘਰ ਵਸ ਜਾਏਗਾ ਨਾ। ਗੁਰੂ ਦੀ ਬਾਣੀ ਸਾਡੇ ਹਿਰਦੇ ਵਿੱਚ ਵਸ ਜਾਏਗੀ। ਇਹ ਹਿਰਦੇ ਰੂਪ ਜਿਹੜੀ ਧਰਤੀ ਹੈ ਨਾ, ਹਿਰਦਾ ਜਿਹੜਾ ਹੈ, ਇਹ ਪਵਿੱਤਰ ਹੋ ਜਾਵੇਗਾ। ਕਿਉਂਕਿ ਇੱਥੇ ਹੁਣ ਗੁਰੂ ਤੇ ਪਰਮੇਸ਼ਰ ਆ ਗਿਆ, ਗੁਰੂ ਦੀ ਬਾਣੀ ਵਸ ਗਈ ਆ। ਤਿਸ ਗੁਰ ਕਉ ਸਦ ਬਲਹਾਰਣੇ, ਜਿਨ ਹਰ ਸੇਵਾ ਬਣਤ ਬਣਾਈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਮੇਰਾ ਪਿਆਰਾ ਸਤਿਗੁਰ ਮੇਰੇ ਅੰਗ ਸੰਗ ਹੈ। ਜਦੋਂ ਗੁਰੂ ਦਾ ਬਚਨ ਸਾਡੇ ਹਿਰਦੇ ਵਿੱਚ ਵਸ ਜਾਏਗਾ, ਜਦੋਂ ਗੁਰੂ ਦੀ ਬਾਣੀ ਸਾਡੇ ਹਿਰਦੇ ਵਿੱਚ ਵਸ ਜਾਏਗੀ, ਇਹ ਥਾਂ ਜਗ੍ਹਾ ਹਿਰਦਾ ਪਵਿੱਤਰ ਹੋ ਜਾਏਗਾ। ਇਹ ਪ੍ਰਭੂ ਦਾ ਨਿਵਾਸ ਟਿਕਾਣਾ ਹੈ, ਉਹ ਗੁਪਤ ਹੈ। ਪਰ ਇੱਕ ਦੀਵਾਰ, ਇੱਕ ਪਰਦਾ ਹੈ, ਹਉਮੈ ਦੇ ਕਾਰਨ। ਮਨੁੱਖ ਦੇ ਅੰਦਰ ਹਉਮੈ ਦਾ ਜਿਹੜਾ ਰੋਗ ਹੈ, ਬੜਾ ਪ੍ਰਬਲ ਹੈ, ਬੜਾ ਦੀਰਘ ਰੋਗ ਹੈ। ਇਸ ਕਰਕੇ ਇਸ ਜੀਵਾਤਮਾ ਦਾ ਤੇ ਪ੍ਰਮਾਤਮਾ ਦਾ ਆਪਸੀ ਮੇਲ ਨਹੀਂ ਹੋਣ ਦਿੰਦਾ, ਇਹ ਵਿੱਚ ਖੜਾ ਹੈ। ਭਾਂ ਭੀਰੀ ਕੇ ਪਾਤ ਪਾਰ ਦੋ, ਬਿਨ ਪੇਖੇ ਦੁਰਾਇਓ। ਇੱਕ ਤਿਤਲੀ ਹੈ ਨਾ, ਉਹਦਾ ਇੱਕ ਪਤਲਾ ਜਿਹਾ ਪਰ ਹੈ, ਬਸ ਇੰਨਾ ਕੁ ਜੀਵਾਤਮਾ ਤੇ ਪਰਮਾਤਮਾ ਦਾ ਵਿੱਥ ਹੈ, ਉਹ ਹੈ ਅੰਦਰ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਸਤਿਗੁਰੂ ਦੀ ਬਾਣੀ, ਗੁਰੂ ਸਾਡੇ ਨਾਲ ਹੋਵੇਗਾ ਤੇ ਸਾਨੂੰ ਹਉਮੈ ਤੋਂ, ਵਿਕਾਰਾਂ ਤੋਂ, ਇਹਨਾਂ ਰੋਗਾਂ ਤੋਂ, ਸੋਗਾਂ ਤੋਂ ਗੁਰੂ ਚੇਤੇ ਆਵੇਗਾ। ਗੁਰੂ ਸਾਡੇ ਅੰਗ ਸੰਗ ਹੋਵੇਗਾ, ਸਾਨੂੰ ਇਹਨਾਂ ਤੋਂ ਬਚਾ ਲਵੇਗਾ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ,
जिथे किथे मैनू लै छड़ाई, तिस गुर को सबास है जिन हर सोझी पाई। ऐसे गुरु दे शाबाश सदके जाना चाहिए जिसने सानू सोझी सानू मत दिती है। नानक गुर विटों वारिया जिन हर नाम दिया, मेरे मन की आस पराई। गुरु तो सदके जाना जिस गुरु ने मैनू नाम की दात दिती है ते मेरे मन की आस पूरी हो गई। ताकि तुन मोहे गोपाला, जदों एक रस लगातार साडा हिरदा जिहड़ा इहदे अंदर परमात्मा की सिफत सलाह आत्मक अडोलता पैदा हो गई तो ये चश्मे जिहड़े ने ये जारी हो गए, हिरदे विच परमात्मा का नाम वस गया, सवास सवास उसनूं जपण लग पे। तो फिर ये धुन ये सुर ये आवाज़ जिहड़ी आ परमात्मा की सिफत सलाह वाली, ये ते ना वो परमात्मा भी मोहित हो जाता है। ताकि धुन मोहे गोपाला, मोहे तो भाव मोहित हो गया, मोहित तो भाव कि परमात्मा भी अपने भगतां दे अधीन हो जाता है। परमात्मा अपने जन अपने सेवक अपने भगतां दी गल नूं मनदा है। जो जो कहे जो भी जन सेवक अपने परमात्मा नूं कहिंदे ने उही तत्काल तुरंत ही वो करके विखा दिंदा है। एडी उहदे विच पावर शक्ति है। अपने सेवक की आपे राखै, आपे नाम जपावे, नाम भी आप जपाया, आप ही रखिया कीती। जह जह काज किरत सेवक की तहां तहां उठ धावै। सेवक को निकटे होए दिखावै। अपने सेवक नूं जिन्हों कदी भुलदा नहीं है उन्हों नेड़े होके विखा दिंदा है। परमात्मा वाहिगुरु सदा उन्हां दे उपर मोहित हो जाता है। सब को तेरा वस अगम अगोचरा, तू भगतां के वस भगतां ताण तेरा। सारे तेरे मालक प्रभु जी तेरे अधीन है, तेरे वस विच है, पर तू मालक जी जिन्हां ने तेनू अपने हिरदे विच वेख लिया, जिन्हां दी उच्ची सुरत हो गई, परम पद की अवस्था नूं प्राप्त हो गए, आत्मक अवस्था दे विच टिक के सहज विच चले गए, मालक जी उन्हां नूं फिर तू उन्हां दे अधीन हो जाना है। तू भगतां के वस भगतां ताण तेरा। भगतां नूं तेरा ताण सी ना, तेरा बल सी, तां तू भगतां दे अधीन हो गया। असीं पढ़दे आं पावन वचन, भगतां दी सदा तू रखदा हर जीओ, धुर तू रखदा आया, प्रहलाद जन तुद राख लय हर जीओ, हरनाक्ष मार पचाया। हुण अगली गल, गुरमुखां नूं प्रतीत है हर जीओ, मनमुख भरम भुलाया। असीं हुण गुरमुख बनांगे तो फिर ही गल बनेगी। गुरमुखां नूं प्रतीत विश्वास भरोसा होवेगा ते जिहड़े मन दे पिछे चलण वाले वो भरम विच पए ने। फिर कहा हर जी ये तेरी वडियाई, जे तू भगतां दी इज्जत पत रखदा है, भगतां नूं तू नेड़े होके अपने दर्शन दिना विखा दिना है, तो ये तेरी वडियाई है। जे इहदे विच तेरी इज्जत है, ਇਹਦੇ ਵਿੱਚ ਭਗਤ ਦੀ ਕੋਈ ਇੱਜ਼ਤ नहीं, तेरी इज्जत है। हर जी ये तेरी वडियाई, भगतां की पैज रख तू स्वामी, भगत तेरी शरणाई। जे तू नहीं साडी इज्जत रखेगा तो भाई कौन नाम जपेगा तेरे। इस करके नाम जपो, सिमरन करो। वो परमात्मा इत्थों तक पातशाह जी ने वचन किया है, औखी घड़ी ना देखण देई, अपना बिरद संभाले। औखी घड़ी, मुसीबत वाली घड़ी, दुख वाली घड़ी, क्योंकि दुख दे विच मनुख घबराउंदा है, दुख दे विच डोलदा है। इन्हें कि उस मनुख नूं जिहड़ा नाम जपदा है, परमात्मा दा सिमरन करदा है, उन्होंने दुख नहीं व्यापदा। वो दुख दे विच भी सुख रहिंदा है, सुखी रहिंदा है, आत्मक अडोलता दे विच टिकिया रहिंदा है। वो हमेशा ही चढ़दी कला विच रहिंदा। डिगे ना डोले दृढ़ कर रहियो, पूर्ण होए त्रिपतानी, ओए जो बीच हम तुम कश होते, तिनकी बात बिलानी। वो कम खत्म हो गया। पहला जिहड़ी मेर तेर वाली भावना सी, जिहड़ा परमात्मा असीं समझदे सां कि साडे तो वखरा है, असीं अपने आप नूं परमात्मा नूं दूर समझदे सां ते अपने आप नूं परमात्मा तो अडरी होंद समझदे सां, अलग समझदे सां। साडे विच आप ये विथ पाई हुई सी, वो परमात्मा ने दूर कर दित्ती। गुरु किरपा करदा है। ओए जो बीच हम तुम कश होते, तिनकी बात बलानी, अलंकार मिल थैली हुई है, तांते कनक बखानी।
ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਹਚਲ ਘਰ ਬਾਂਧਿਓ ਗੁਰ ਕੀਓ ਬੰਧਾਨੀ। ਅਲੰਕਾਰ ਮਿਲ ਥੈਲੀ ਹੋਈ ਹੈ। ਹੁਣ ਸੋਨੇ ਦੇ ਜਿਹੜੇ ਗਹਿਣੇ ਸਨ ਉਹ ਸੁਨਿਆਰਾ ਭਾਵੇਂ ਸਾਰਿਆਂ ਨੂੰ ਪਿਘਲਾ ਕੇ ਇੱਕ ਢੇਲੀ ਬਣਾ ਦੇਵੇ, ਹੈ ਤੇ ਸੋਨਾ ਹੀ ਹੈ ਨਾ। ਹੁਣ ਇਹ ਜੀਵਾਤਮਾ ਤੇ ਪਰਮਾਤਮਾ ਇੱਕ ਹੋ ਗਏ। ਇਹ ਜਿਉਂਦੇ ਜੀ ਦੀ ਬਾਤ ਹੈ। ਇਹ ਹੋਣਾ ਕਿਵੇਂ ਹੈ? ਗੁਰੂ ਕੀ ਮੱਤ, ਗੁਰੂ ਦੀ ਉਪਦੇਸ਼ ਰਾਹੀਂ, ਜਦੋਂ ਗੁਰੂ ਕਿਰਪਾ ਕਰਦਾ ਹੈ। ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਤਾਂ ਕਿ ਧੁਨ ਮੋਹੇ ਗੋਪਾਲਾ ਤਹ ਸਹਿਜ ਅਖਾਰੇ ਅਨੇਕ ਅਨੰਤਾ। ਫਿਰ ਉਸ ਅਵਸਥਾ 'ਤੇ ਜਦੋਂ ਗੁਰਮੁਖ ਪਿਆਰਾ ਕੋਈ ਪਹੁੰਚ ਜਾਂਦਾ ਨਾ, ਉੱਥੇ ਸਹਿਜ ਅਖਾਰੇ ਉਹ ਗੁਰਮੁਖਾਂ ਦਾ ਸੰਗ ਕਰਦਾ ਹੈ। ਅਨੇਕ ਅਨੰਤਾ, ਉੱਥੇ ਅਨੇਕਾਂ ਹੀ ਉਸ ਅਕਾਲ ਪੁਰਖ ਪਰਮਾਤਮਾ ਦੇ ਚੋਜ ਵਰਤਦੇ ਨੇ। ਉਸ ਅਵਸਥਾ ਦੇ ਵਿੱਚ ਜਾ ਕੇ ਪਾਰ ਬ੍ਰਹਮ ਕੇ ਸੰਗੀ ਸੰਤਾ, ਪਰਮਾਤਮਾ ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ ਹਮੇਸ਼ਾ ਉਹ ਯਾਦ ਕਰਦੇ ਨੇ ਤੇ ਪਰਮਾਤਮਾ ਵਾਹਿਗੁਰੂ ਨੂੰ ਅਸਲੀ ਉਹ ਸਾਥੀ ਬਣਾਉਂਦੇ, ਸੰਗੀ ਬਣਾਉਂਦੇ ਨੇ ਤੇ ਸੰਤਾਂ ਦੀ ਸੰਗਤ ਕਰਦੇ ਨੇ। ਸੰਤ ਜਨਾ ਮਿਲ ਹਰ ਜਸ ਗਾਇਓ। ਰੱਬ ਦੇ ਪਿਆਰਿਆਂ ਦੀ, ਗੁਰਮੁਖਾਂ ਦੀ, ਉਹ ਗੁਰਮੁਖ ਜਿਨ੍ਹਾਂ ਦੇ ਅੰਦਰ ਦੀ ਅਵਸਥਾ ਉੱਚੀ ਹੋ ਗਈ, ਉਹ ਖੱਬੇ ਸੱਜੇ ਅੱਗੇ ਪਿੱਛੇ ਨਹੀਂ ਵੇਖਦੇ, ਕੇਵਲ ਨਿਰੰਕਾਰ ਤੇ ਗੁਰੂ ਪਰਮੇਸ਼ਰ ਨੂੰ ਉਹਦਾ ਓਟ ਆਸਰਾ ਲੈ ਕੇ ਯਾਦ ਕਰਦੇ ਨੇ। ਰੱਬ ਦੇ ਪਿਆਰਿਆਂ ਦੀ ਸੰਗਤ ਕਰਦੇ ਨੇ। ਪਾਰ ਬ੍ਰਹਮ ਕੇ ਸੰਗੀ ਸੰਤਾ ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰ ਨਾਨਕ ਕੋ ਦੀਆ। ਹਰਖ ਅਨੰਤ, ਉਸ ਜਗ੍ਹਾ 'ਤੇ ਉੱਚੀ ਅਵਸਥਾ 'ਤੇ, ਉਸ ਸਹਿਜ ਅਵਸਥਾ 'ਤੇ ਪਹੁੰਚ ਕੇ ਉੱਥੇ ਕੋਈ ਗਮੀ ਨਹੀਂ ਹੈ, ਉੱਥੇ ਖੁਸ਼ੀ ਹੀ ਖੁਸ਼ੀ ਹੈ, ਉੱਥੇ ਸੁੱਖ ਹੀ ਸੁੱਖ ਹੈ। ਹਰਖ ਅਨੰਤ, ਹਰਖ ਦਾ ਭਾਵ ਹੈ ਖੁਸ਼ੀ, ਬੇਅੰਤ ਉੱਥੇ ਖੁਸ਼ੀ ਹੈ। ਸੋਗ ਨਹੀਂ ਬੀਆ, ਉੱਥੇ ਕੋਈ ਸੋਗ ਨਹੀਂ, ਉੱਥੇ ਕੋਈ ਚਿੰਤਾ ਫਿਕਰ ਨਹੀਂ ਹੈ। ਉਹ ਐਸੀ ਅਵਸਥਾ ਹੈ, ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋਹ ਨਹੀਂ ਤਹਿ ਠਾਉ। ਨਾ ਤਸਵੀਸ ਖਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ। ਅਬ ਮੋਏ ਖੂਬ ਵਤਨ ਗਏ ਪਾਈ ਉਹਾਂ ਖੈਰ ਸਦਾ ਮੇਰੇ ਭਾਈ। ਉਸ ਜਗ੍ਹਾ 'ਤੇ ਪਹੁੰਚ ਜਾਵੇ ਜਿਹੜਾ, ਉੱਥੇ ਸਦਾ ਹੀ ਖੁਸ਼ੀ ਹੈ, ਉੱਥੇ ਸੁੱਖ ਹੀ ਸੁੱਖ ਹੈ। ਆਬਾ ਦਾਨ ਸਦਾ ਮਸ਼ਹੂਰ ਉਹਾਂ ਗਨੀ ਬਸੈ ਮਾਮੂਰ। ਉੱਥੇ ਬੰਦੇ ਜਿਹੜੇ ਪਹੁੰਚ ਜਾਂਦੇ ਨੇ ਉਹ ਰੱਜੇ ਨੇ, ਧਨਾੜ ਨੇ, ਉਹ ਉਸ ਅਵਸਥਾ ਵਿੱਚ ਪਹੁੰਚ ਜਾਂਦੇ ਜਿੱਥੇ ਇੱਕ ਪਰਮਾਤਮਾ ਅਕਾਲ ਪੁਰਖ ਤੋਂ ਇਲਾਵਾ ਹੋਰ ਕੁਝ ਵੀ ਨਹੀਂ। ਉਸ ਅਵਸਥਾ 'ਤੇ ਅਣਮੜਿਆ ਮੰਦਲ ਬਾਜੈ ਬਿਨ ਸਾਵਣ ਕਨਹਰ ਗਾਜੈ। ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ। ਇਹ ਉਹ ਹਾਲਤ ਜਿਹੜੀ, ਉਹ ਅਵਸਥਾ ਹੈ। ਬਿਨਾ ਮੜਿਆ ਮੰਦਲ, ਮੰਦਲ ਤੋਂ ਭਾਵ ਹੈ ਢੋਲ, ਢੋਲ ਮੜਿਆ ਹੋਵੇ ਤੇ ਵੱਜਦਾ ਹੈ। ਉਸ ਅਵਸਥਾ 'ਤੇ ਪਹੁੰਚ ਕੇ ਬਿਨਾ ਮੜਿਆ ਹੀ ਉਹ ਢੋਲ ਵੱਜਦਾ, ਬਿਨਾ ਸਾਵਣ ਤੋਂ ਹੀ ਉਹ ਬੱਦਲ ਗੱਜਦਾ। ਬਾਦਲ ਬਿਨ ਵਰਖਾ ਹੋਈ, ਬਿਨਾ ਬੱਦਲਾਂ ਤੋਂ ਉੱਥੇ ਬਰਸਾਤ ਹੁੰਦੀ ਹੈ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਨ ਸ਼ਬਦ ਵਿਚਾਰਾ। ਸੋ ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਗਈਆਂ ਹਨ।